ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਦੇ 141ਵੇਂ ਸੈਸ਼ਨ 'ਤੇ ਜੋ ਕਿ ਇੰਡੀਆ ਦਾ ਰਿਵਿਊ ਕਰਨ ਲਈ ਜਿਹੜਾ ਉਸ ਸੈਸ਼ਨ ਦੇ ਵਿੱਚ ਹੋ ਰਿਹਾ ਸੀ, ਜੋ ਕਿ 27 ਸਾਲ ਦੇ ਬਾਅਦ 1997 ਤੋਂ ਬਾਅਦ ਮੰਡੇ 15 ਜੁਲਾਈ 2024 ਨੂੰ ਪਹਿਲੇ ਵਿਲਸਨ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਰਟਰਸ ਜਨੀਵਾ ਸਵਿਟਜ਼ਰਲੈਂਡ ਵਿਖੇ ਹੋਇਆ। ਵਰਲਡ ਸਿੱਖ ਪਾਰਲੀਮੈਂਟ ਨੇ ਤਕਰੀਬਨ ਇੱਕ 27 ਸਫ਼ੇ ਲੰਬੀ ਰਿਪੋਰਟ, ਇੱਕ ਡੀਟੇਲਡ ਰਿਪੋਰਟ ਜਿਹੜੀ ਕਿ UNHRC ਯਾਨੀ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਨੂੰ 1 ਮਹੀਨਾ ਪਹਿਲਾਂ ਸਬਮਿਟ ਕੀਤੀ, ਜਿਹੜੀ ਕਿ ਰਿਪੋਰਟ ਜਿਹੜੀ ਹੈ ਉਹ ਰਣਜੀਤ ਸਿੰਘ ਸਰਾਏ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਸੈਲਫ ਡਿਟਰਮੀਨੇਸ਼ਨ ਕਾਊਂਸਲ ਦੇ ਮੁਖੀ ਨੇ, ਉਹਨਾਂ ਨੇ ਇਸ ਰਿਪੋਰਟ ਨੂੰ UNHRC ਨੂੰ ਸਬਮਿਟ ਕੀਤਾ ਸੀ, ਜੋ ਕਿ ਯੂਨਾਈਟਿਡ ਨੇਸ਼ਨ ਦੀ ਵੈਬਸਾਈਟ 'ਤੇ ਵੀ ਪਾਈ ਗਈ। ਇਹਦੇ ਵਿੱਚ ਇੱਕ ਡੀਟੇਲਡ ਅਕਾਊਂਟ ਸੀ ਕਿ ਇੰਡੀਆ ਨੇ ਹਿਊਮਨ ਰਾਈਟ ਵਾਇਲੇਸ਼ਨਸ ਪਿਛਲੇ 40 ਸਾਲਾਂ 'ਚ ਖਾਸ ਕਰਕੇ ਕਿਹੜੀਆਂ ਕੀਤੀਆਂ ਜਿਹੜੀਆਂ ਸਿੱਖਾਂ ਦੇ ਨਾਲ ਸੰਬੰਧਿਤ ਨੇ, ਅਤੇ ਯੂਨਾਈਟਿਡ ਨੇਸ਼ਨ ਦੇ ICCPR ਯਾਨੀ ਕਿ ਇੰਟਰਨੈਸ਼ਨਲ ਕੋਵੈਨੈਂਟ ਆਫ ਸਿਵਲ ਐਂਡ ਪੋਲੀਟੀਕਲ ਰਾਈਟਸ ਦੇ ਚਾਰਟਰਸ ਦੇ ਅਗੇਂਸਟ ਨੇ। 15 ਜੁਲਾਈ ਨੂੰ ਸਭ ਤੋਂ ਪਹਿਲਾਂ ਵਰਲਡ ਸਿੱਖ ਪਾਰਲੀਮੈਂਟ ਦੀ ਇੱਕ ਅਨਅਫੀਸ਼ੀਅਲ ਮੀਟਿੰਗ ਹੋਈ UNHRC ਦੇ ਨਾਲ ਸਵੇਰੇ 9 ਵਜੇ। ਉਸ ਤੋਂ ਬਾਅਦ ਵਰਲਡ ਸਿੱਖ ਪਾਰਲੀਮੈਂਟ ਦੇ 8 ਮੈਂਬਰੀ ਡੈਲੀਗੇਸ਼ਨ ਨੇ 10 ਤੋਂ 1 ਦੇ ਵਿੱਚ ਐਜ਼ ਐਨ ਇੰਡੀਪੈਂਡੈਂਟ NGO ਆਪਣੀ ਰਿਪੋਰਟ ਉੱਤੇ ਸਟੇਟਮੈਂਟਸ ਦਿੱਤੀ, ਰਿਮਾਰਕ ਦਿੱਤੇ, ਅਤੇ ਨਾਲ ਹੀ ਨਾਲ ਸੈਸ਼ਨ ਦੇ ਵਿੱਚ ਹੋਏ ਸਵਾਲ ਜਵਾਬ ਦੇ ਵਿੱਚ ਭਾਗ ਲਿਆ। ਜਿਸ ਡੀਟੇਲਡ ਰਿਪੋਰਟ ਦੇ ਅਤੇ ਸਵਾਲਾਂ ਜਵਾਬਾਂ ਦੇ ਸੈਸ਼ਨ ਤੋਂ ਬਾਅਦ ਯੂਨਾਈਟਿਡ ਨੇਸ਼ਨ ਦੀ ਹਿਊਮਨ ਰਾਈਟਸ ਕਮਿਸ਼ਨ ਨੇ ਇੰਡੀਆ ਦਾ ਰਿਵਿਊ ਕੀਤਾ। ਉਸੇ ਦਿਨ ਮੰਡੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ, ਔਰ ਫਿਰ ਅਗਲੇ ਦਿਨ ਟਿਊਜ਼ਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ। ਵਰਲਡ ਸਿੱਖ ਪਾਰਲੀਮੈਂਟ ਦੇ ਇਸ 8 ਮੈਂਬਰੀ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਸਨ ਰਣਜੀਤ ਸਿੰਘ ਸਰਾਏ। ਉਹਨਾਂ ਦੇ ਨਾਲ ਸਹਿਯੋਗ ਕਰ ਰਹੇ ਸਨ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਭਾਈ ਜੋਗਾ ਸਿੰਘ ਜੀ, ਪ੍ਰਿਤਪਾਲ ਸਿੰਘ ਜੀ, ਅਮਰੀਕ ਸਿੰਘ ਜੀ ਸਹੋਤਾ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਅਤੇ ਹਰਜੋਤ ਸਿੰਘ ਹਾਲੈਂਡ ਤੋਂ। ਜੇ ਅਸੀਂ ਗੱਲ ਕਰੀਏ ਕਿ ਇੰਡੀਆ ਦੀ ਸਾਈਡ 'ਤੇ ਇਸ ਹਿਊਮਨ ਰਾਈਟ ਕਮਿਸ਼ਨ ਦੇ ਅੱਗੇ ਪੇਸ਼ ਹੋਣ ਇੱਕ 32 ਮੈਂਬਰਾਂ ਦਾ ਡੈਲੀਗੇਟ ਆਇਆ ਸੀ, ਜਿਸ ਨੂੰ ਕਿ ਚੇਅਰ ਕਰ ਰਹੇ ਸਨ ਯੂਨਾਈਟਿਡ ਨੇਸ਼ਨ ਦੇ ਵਿੱਚ ਇੰਡੀਆ ਦੇ ਰੈਪ ਅਰਦਮ ਬਾਗਚੀ, ਅਟਾਰਨੀ ਜਨਰਲ ਆਫ ਇੰਡੀਆ R ਵੈਂਕਟ ਰਮਨੀ, ਸੋਲਿਸਿਟਰ ਜਨਰਲ ਆਫ ਇੰਡੀਆ ਤੁਸ਼ਾਰ ਮਹਿਤਾ ਅਤੇ ਡੈਪਟੀ ਐਕਸਟਰਨਲ ਮਿਨਿਸਟਰ ਪਵਨ ਕੁਮਾਰ। ਜੇ ਅਸੀਂ ਹਿਊਮਨ ਰਾਈਟਸ ਕਮਿਸ਼ਨ ਦੀ ਗੱਲ ਕਰੀਏ ਅਤੇ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ 18 ਇੰਡੀਪੈਂਡੈਂਟ ਐਕਸਪਰਟ ਸਨ, ਅਤੇ ਇਹਨਾਂ ਨੂੰ ਚੇਅਰ ਕਰ ਰਹੇ ਸੀਗੇ ਮਿਸ ਤਾਨੀਆ ਮਾਰੀਆ, ਜਿਨ੍ਹਾਂ ਨੇ ਕਿ ਇਸ ਪੂਰੇ ਸੈਸ਼ਨ ਨੂੰ 2 ਦਿਨ ਵਾਸਤੇ ਚੇਅਰ ਕੀਤਾ, ਅਤੇ ਜਿਸ ਵਿੱਚ ਵੱਖ-ਵੱਖ ਐਕਸਪਰਟਸ ਨੇ, ਜਿਹੜੇ ਇੰਡੀਪੈਂਡੈਂਟ ਐਕਸਪਰਟਸ ਨੇ, ਉਹਨਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਆਪਣੇ ਇੰਡੀਪੈਂਡੈਂਟ ਰਿਸਰਚ ਤੋਂ ਬਾਅਦ, ਅਤੇ ਨਾਲ ਹੀ ਨਾਲ ਜਿਹੜੀ NGOs ਦੇ ਭੇਜੀਆਂ ਹੋਈਆਂ ਰਿਪੋਰਟਸ 'ਤੇ ਬੇਸਡ ਜਿਹੜਾ ਇੰਡੀਆ ਨੂੰ ਚੈਲੰਜ ਕੀਤਾ। ਅਤੇ ਇਹਦੇ 'ਤੇ ਹੀ ਹਿਊਮਨ ਰਾਈਟ ਕਮਿਸ਼ਨ ਵੱਲੋਂ ਜਿਹੜਾ ਕਿ ਤਕਰੀਬਨ 2 ਵੀਕ ਦੇ ਸਮੇਂ ਵਿੱਚ ਇੱਕ ਲਿਸਟ ਆਫ ਰੈਕਮੈਂਡੇਸ਼ਨ ਕੱਢੀ ਜਾਏਗੀ ਇੰਡੀਆ ਦੇ ਖਿਲਾਫ, ਜਾਂ ਕਹਿ ਲਓ ਕਿ ਇੰਡੀਆ ਨੂੰ ਰੈਕਮੈਂਡ ਕਰਦੇ ਹੋਏ ਕਿ ਜੋ ਹਿਊਮਨ ਰਾਈਟ ਵਾਇਲੇਸ਼ਨਸ ਹੋਈਆਂ ਨੇ। ਹੁਣ ਅੱਜ ਦੀ ਸਾਡੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਨੋਰਥ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀਆਂ ਪ੍ਰੈਸ ਰਿਲੀਜ਼ਸ ਜਿਹੜੀਆਂ ਉਹ ਪ੍ਰੈਸ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਔਰ ਉਸ ਤੋਂ ਬਾਅਦ ਹੀ ਨਾਲ ਅਸੀਂ Q&A ਸੈਸ਼ਨ ਜਿਹੜਾ ਉਹ ਕਰਾਂਗੇ ਤਕਰੀਬਨ 30 ਮਿੰਟ ਵਾਸਤੇ। ਅਤੇ ਪ੍ਰੈਸ ਨੂੰ ਸਾਡੇ ਕੋਲ ਕਾਫੀ ਕੁਐਸ਼ਚਨਸ ਪ੍ਰੈਸ ਦੇ ਆ ਵੀ ਗਏ ਨੇ ਈਮੇਲਸ ਦੇ ਥਰੂ ਵੀ, ਅਤੇ ਅੱਜ ਜਿਹੜੇ ਨੁਮਾਇੰਦੇ ਇੱਥੇ ਮੌਜੂਦ ਨੇ। ਅਤੇ ਨਾਲ ਹੀ ਨਾਲ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਹੋਰ ਕਿਸੇ ਨੇ ਵੀ ਕੋਈ ਹੋਰ ਸਵਾਲ ਪੁੱਛਣਾ ਹੈ ਉਹ ਪਲੀਜ਼ ਪੈਨਲ ਤੱਕ ਰਾਈਟਿੰਗ ਦੇ ਵਿੱਚ ਪਹੁੰਚਦਾ ਕਰ ਦੇ, ਤਾਂ ਕਿ ਸਮੇਂ ਸਿਰ ਅਸੀਂ ਇਸ ਨੂੰ ਕੰਸਾਈਜ਼ ਕਰ ਲਈਏ। ਹੁਣ ਮੈਂ ਪਾਸ ਔਨ ਕਰਦਾ ਵਾਂ ਮਾਈਕ ਜਿਹੜਾ ਹੈ ਉਹ ਰਣਜੀਤ ਸਿੰਘ ਜੀ ਸਰਾਏ, ਜੋ ਕਿ ਇਸ ਰਿਪੋਰਟ ਦੇ ਕਰਤਾ ਧਰਤਾ ਨੇ ਅਤੇ ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਡੈਲੀਗੇਸ਼ਨ ਚੇਅਰ ਕਰ ਰਹੇ ਸਨ। ਸੋ ਮੇਰੀ ਬੇਨਤੀ ਹੈ ਕਿ ਉਹ ਇੰਗਲਿਸ਼ ਦੀ ਜਿਹੜੀ ਪ੍ਰੈਸ ਰਿਲੀਜ਼ ਹੈ ਉਹ ਸੰਗਤਾਂ ਦੇ ਨਾਲ ਜਿਹੜਾ ਉਹ ਤੁਰੰਤ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਸ ਤਰ੍ਹਾਂ ਮਨਪ੍ਰੀਤ ਸਿੰਘ ਉਹਨਾਂ ਨੇ ਦੱਸਿਆ, ਇਹ ਬਹੁਤ ਅਹਿਮ ਕਦਮ ਚੁੱਕਿਆ ਗਿਆ ਵਰਲਡ ਸਿੱਖ ਪਾਰਲੀਮੈਂਟ ਵੱਲੋਂ। ਮੇਰੇ ਖਿਆਲ ਪਹਿਲੀ ਵਾਰੀ ਇਸ ਲੈਵਲ ਦੀ ਜਿਹੜੀ ਇੰਟਰੈਕਸ਼ਨ ਹੋਈ ਆ UN ਦੀ ਐਕਸਪਰਟ ਕਮੇਟੀ, ਹਿਊਮਨ ਰਾਈਟਸ ਕਮੇਟੀ, ਜਿਹਦੇ ਮੈਂਬਰਸ਼ਿਪ ਉਹ ਕੋਈ ਪੋਲੀਟੀਕਲ, ਉਹ ਸਿਆਸੀ ਲੈਣ ਦੇਣ ਵਾਲਾ ਕੋਈ ਸੌਦੇਬਾਜ਼ੀ ਵਾਲੀ ਚੱਕਰ ਨਹੀਂ, ਉਹ ਬਿਲਕੁਲ ਹੀ ਸੁਲਝੇ ਹੋਏ ਹਿਊਮਨ ਰਾਈਟਸ ਐਕਸਪਰਟਸ ਜਿਨ੍ਹਾਂ ਨੂੰ ਦੁਨੀਆ ਨੇ ਮੰਨਿਆ ਹੋਇਆ। ਉਹ 18 ਮੈਂਬਰੀ ਕਮੇਟੀ, ਉਹਨਾਂ ਨੇ ਰਿਵਿਊ ਕੀਤੀ ਇੰਡੀਆ ਦੀ, ਅਤੇ ਉਹਦੇ ਬਾਰੇ ਸੰਖੇਪ ਵਿੱਚ ਭਾਈ ਸਾਹਿਬ ਹੋਰਾਂ ਨੇ ਦੱਸਿਆ। ਅਤੇ ਸਾਡਾ ਅੱਜ ਦਾ ਜਿਹੜਾ ਪ੍ਰੈਸ ਰਿਲੀਜ਼ ਆ ਉਹ ਮੈਂ ਸਾਂਝਾ ਕਰਨ ਜਾ ਰਿਹਾ ਹਾਂ, ਉਹ ਜੋ ਕਿ ਇੰਗਲਿਸ਼ ਵਿੱਚ ਆ, ਅਤੇ ਉਹ ਇਸ ਪ੍ਰਕਾਰ ਹੈ ਜੀ। Sikhs expose India as a serial human rights violator at a milestone event at the UN. UN experts tell the Indian delegation to address the reality of the human rights abuses. Posturing, they said, will not do. India's disreputable efforts to avoid an examination of its human rights record by the UN's leading human rights experts came to an embarrassing end in Geneva this week. Over 20 years after it was due, the Human Rights Committee finally managed to review India's compliance with the provisions of the 1966 International Covenant on Civil and Political Rights, which we will abbreviate as the ICCPR. The World Sikh Parliament members followed up their 24-page written submission with face-to-face interactions with the Human Rights Committee members in Geneva. Just hours before, a top-level Indian delegation was grilled by that committee on India's appalling record of systematic abuses. That record stretches back years, but it is now widely recognized by the world as a growing menace, driven by a fascist majoritarian dispensation. The Sikhs in Geneva, the Sikhs provided compelling evidence of India's egregious breaches and how they have defined the Indo-Sikh conflict in Punjab. They called for robust UN intervention so that peaceable conflict resolution and justice can be brought about in a process underpinned by international law. It's important, it's international law, not Indian law, that will provide the solution to the Indo-Sikh conflict. Whilst exposing the undeniable systematic abuse of individual human rights, which has caused untold death and misery, the Sikhs emphasized the need to hold India to account for denying the Sikh nation its collective right of self-determination. The right of self-determination is enshrined in Article 1 of the ICCPR, and the Human Rights Committee rightly sees it as the bedrock on which all other human rights depend. Crucially, India has entered a formal reservation against it, absurdly claiming that it does not apply to the nations held captive in Indian-held territory. The Human Rights Committee once again, because it's done so before, but once again, during this week's encounter in Geneva, asked India to withdraw that reservation. India's top diplomat in Geneva, Arindam Bagchi, brazenly refused the request, making a mockery of his 32-member delegation's outlandish attempt to somehow present India as a champion of human rights. Time and time again in Geneva during the review this week, time and time again, Human Rights Committee members told the Indian delegation that they were not interested in their pointless posturing about constitutional, statutory, and institutional provisions that promise much but deliver little. This was meant to be a serious exercise which required genuine engagement by addressing the reality
of the dire human rights situation in the country. With India's Solicitor General and Attorney General also fronting the Indian delegation, this was an uncomfortable and embarrassing occasion for India's narrative creators. India's unwillingness to treat the review seriously should be an alarm call for the international community. Seasoned observers of the atrocious human rights position in India already understand this, but it is time that decision makers in leading capitals of the world tackle a worsening problem that has seen even their own sovereign rights challenged by the lawless Indian state. Human Rights Committee member Marcia Cran, a senior human rights expert from Canada, where a leading Sikh activist was assassinated last year by Indian agents, said the Human Rights Committee was deeply troubled, I quote, deeply troubled by India's recently exposed transnational repression against Sikhs and others, in which India's intelligence services, along with high-ranking government officials, have executed political opponents in many countries in, and I quote again, in violation of international law. Her request for assurances to end those illegal activities and to bring perpetrators to justice was met with a simple assertion by the leading Indian diplomat in Geneva, was met by him with a simple assertion that these matters were under investigation, so no such assurances could be given, which is absurd. The Sikhs thanked the Human Rights Committee and the many other civil society organizations that had contributed to this review that was eventually held after an incredible 27 years in waiting. We will maintain a dialogue with the Human Rights Committee, which will shortly be issuing its concluding recommendations on India's lack of compliance with its ICCPR obligations. The World Sikh Parliament's unprecedented engagement with the Human Rights Committee in this process has placed on record the Sikh nation's core human rights concerns. The UN and the international community have been reminded that the Sikhs are committed to exercising their right of self-determination in the form of a sovereign, independent homeland in Punjab, as well as to ensuring international legal accountability for the genocidal attacks made against it by the Indian state and non-state actors over the last 40 years. The release of political prisoners, the right to freely practice the Sikh religion, which is currently classed as a subset of Hinduism in the Indian constitution, the safeguarding of Punjab's territory and river waters, and the right to freedom of expression were all addressed in a successful initiative that has demonstrated that India is in the dock when it comes to international law. Not the Sikhs. India is in the dock when it comes to international law and its conflict with the Sikh. Finally, the Sikh struggle for freedom and justice, by contrast, is underpinned by internationally accepted legal standards. The World Sikh Parliament is committed to that struggle and calls on all Sikhs to contribute to that national endeavour by engaging with all available political, legal and societal mechanisms. India's humiliating return to the Human Rights Committee this week, after 27 years of hiding, shows that there is ultimately no place to hide for a lawless state. Indian Prime Minister Modi and his henchmen must learn the lesson that might is not right, and international accountability cannot be avoided. Finally, I would add that the submission of the World Sikh Parliament is posted on the UN Human Rights website
it's publicly available. Everybody, I would appeal to every Sikh, every human rights activist, everybody concerned about the situation in India and the region generally, should take the opportunity to read that. We will follow that up with the Human Rights Commission. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸਨ ਰਣਜੀਤ ਸਿੰਘ ਜੀ ਸਰਾਏ। ਹੁਣ ਪੰਜਾਬੀ ਦੀ ਜਿਹੜੀ ਪ੍ਰੈਸ ਰਿਲੀਜ਼ ਹੈ ਉਹ ਦਾਸ ਜਿਹੜੀ ਹੈ ਉਹ ਪੜ੍ਹ ਕੇ ਪੈਨਲ 'ਤੇ ਸੁਣਾਏਗਾ। ਉਸ ਤੋਂ ਬਾਅਦ ਅਸੀਂ ਸਿੱਧੇ ਜਿਹੜਾ ਪ੍ਰੈਸ ਦੇ ਕੁਐਸਚਨ ਵੱਲ ਵਧਾਂਗੇ। ਸੋ ਪੰਜਾਬੀ ਦੀ ਪ੍ਰੈਸ ਰਿਲੀਜ਼ ਇੱਦਾਂ ਜੀ, ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਦੇ ਸੈਸ਼ਨ ਦੌਰਾਨ ਸਿੱਖਾਂ ਵੱਲੋਂ ਭਾਰਤ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਪਰਦਾਫਾਸ਼। ਕਮੇਟੀ ਵੱਲੋਂ ਭਾਰਤ ਨੂੰ ਫੋਕੀ ਬਿਆਨਬਾਜ਼ੀ ਛੱਡ ਕੇ ਠੋਸ ਹੱਲ ਕਰਨ ਦੀ ਲੋੜ 'ਤੇ ਦਿੱਤਾ ਜ਼ੋਰ। ਭਾਰਤ ਦੀਆਂ ਸੰਯੁਕਤ ਰਾਸ਼ਟਰ ਦੁਆਰਾ ਆਪਣੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਦੀ ਜਾਂਚ ਤੋਂ ਬਚਣ ਦੀਆਂ ਕੋਸ਼ਿਸ਼ਾਂ ਇਸ ਹਫ਼ਤੇ ਜਨੇਵਾ ਵਿੱਚ ਬਹੁਤ ਹੀ ਸ਼ਰਮਨਾਕ ਢੰਗ ਨਾਲ ਖਤਮ ਹੋਈਆਂ। 20 ਸਾਲਾਂ ਦੀ ਦੇਰੀ ਤੋਂ ਬਾਅਦ ਮਨੁੱਖੀ ਅਧਿਕਾਰ ਕਮੇਟੀ ਯਾਨੀ ਕਿ HRC ਨੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ICCPR ਅਤੇ 1966 ਦੇ ਅੰਤਰਰਾਸ਼ਟਰੀ ਇਕਰਾਰਨਾਮੇ ਅਨੁਸਾਰ ਭਾਰਤ ਵੱਲੋਂ ਕੀਤੀ ਜਾ ਰਹੀ ਪਾਲਣਾ ਦੀ ਸਮੀਖਿਆ ਕੀਤੀ। ਇਸ ਮੌਕੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਨੇ 24 ਸਫ਼ਿਆਂ ਦੀ ਇੱਕ ਰਿਪੋਰਟ ਪੇਸ਼ ਕੀਤੀ ਅਤੇ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤਾਂ ਕੀਤੀਆਂ। ਸਮੀਖਿਆ ਦੌਰਾਨ ਭਾਰਤ ਦੇ ਵਫਦ ਨੂੰ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਬਾਰੇ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਭਾਰਤ ਅੰਦਰ ਵਿਆਪਕ ਤੌਰ 'ਤੇ ਫਾਸ਼ੀਵਾਦੀ ਬਹੁਗਿਣਤੀ ਦੀ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ। ਸਿੱਖਾਂ ਨੇ ਪੰਜਾਬ ਅੰਦਰ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਠੋਸ ਸਬੂਤ ਪੇਸ਼ ਕੀਤੇ ਅਤੇ ਸ਼ਾਂਤੀਪੂਰਨ ਸੰਘਰਸ਼ ਦੇ ਹੱਲ ਲਈ ਸੰਯੁਕਤ ਰਾਸ਼ਟਰ ਦੇ ਦਖਲ ਦੀ ਮੰਗ ਕੀਤੀ। ਉਹਨਾਂ ਨੇ ਸਿੱਖ ਕੌਮ ਦੇ ਸਵੈ ਨਿਰਣੇ ਦੇ ਅਧਿਕਾਰ ਤੋਂ ਭਾਰਤ ਦੇ ਇਨਕਾਰ ਨੂੰ ਉਜਾਗਰ ਕੀਤਾ। ਸਿੱਖਾਂ ਨੇ ਸਿੱਖ ਕੌਮ ਨੂੰ ਉਸ ਦੇ ਸਵੈ ਨਿਰਣੇ ਦੇ ਅਧਿਕਾਰ ਤੋਂ ਇਨਕਾਰ ਕਰਨ ਲਈ ਭਾਰਤ ਨੂੰ ਜਵਾਬਦੇਹ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਸਵੈ ਨਿਰਣੇ ਦਾ ਅਧਿਕਾਰ ICCPR ਦੇ ਅਨੁਛੇਦ 1 ਯਾਨੀ ਕਿ ਆਰਟੀਕਲ 1 ਵਿੱਚ ਦਰਜ ਹੈ ਅਤੇ ਮਨੁੱਖੀ ਅਧਿਕਾਰ ਕਮੇਟੀ ਨੂੰ ਉਸ ਆਧਾਰ ਵਜੋਂ ਦੇਖਦੀ ਹੈ ਜਿਸ 'ਤੇ ਹੋਰ ਸਾਰੇ ਮਨੁੱਖੀ ਅਧਿਕਾਰ ਨਿਰਭਰ ਕਰਦੇ ਹਨ। ਸਮੀਖਿਆ ਦੌਰਾਨ HRC ਯਾਨੀ ਕਿ ਹਿਊਮਨ ਰਾਈਟਸ ਕਮੇਟੀ ਦੇ ਮੈਂਬਰਾਂ ਨੇ ਭਾਰਤੀ ਵਫਦ ਨੂੰ ਵਾਰ-ਵਾਰ ਦੱਸਿਆ ਕਿ ਉਹ ਸੰਵਿਧਾਨਕ ਅਤੇ ਵਿਧਾਨਕ ਪ੍ਰਬੰਧਾਂ ਬਾਰੇ ਭਾਰਤ ਸਰਕਾਰ ਦੇ ਪ੍ਰੋਪੇਗੈਂਡੇ ਵਿੱਚ ਦਿਲਚਸਪੀ ਨਹੀਂ ਰੱਖਦੇ। ਉਹਨਾਂ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਸਥਿਤੀ ਨੂੰ ਮਾਨਤਾ ਦੇਣ ਦੀ ਮੰਗ ਕੀਤੀ। ਭਾਰਤ ਦੇ ਸੋਲਿਸਿਟਰ ਜਨਰਲ ਅਤੇ ਅਟਾਰਨੀ ਜਨਰਲ ਮੌਜੂਦਗੀ ਵਿੱਚ ਇਸ ਭਾਰਤ ਦੇ ਬਿਰਤਾਂਤ ਘਾੜਿਆਂ ਲਈ ਬਹੁਤ ਹੀ ਸ਼ਰਮਨਾਕ ਪਲ ਸੀ। ਭਾਰਤ ਵੱਲੋਂ ਸਮੀਖਿਆ ਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਕਰਨ ਨਾਲ ਅੰਤਰਰਾਸ਼ਟਰੀ ਭਾਈਚਾਰੇ ਨੂੰ ਚਿੰਤਾ ਕਰਨੀ ਚਾਹੀਦੀ ਹੈ। ਵਿਸ਼ਵ ਵਿਆਪੀ ਪੱਧਰ 'ਤੇ ਫੈਸਲੇ ਲੈਣ ਵਾਲੀਆਂ ਤਾਕਤਾਂ ਨੂੰ ਭਾਰਤ ਦੇ ਵਿਗੜ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨੂੰ ਹੱਲ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ, ਜਿਸ ਨਾਲ ਦੂਜੇ ਦੇਸ਼ਾਂ ਦੇ ਪ੍ਰਭੂ ਸੱਤਾ ਅਧਿਕਾਰਾਂ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ। ਕੈਨੇਡਾ ਦੀ ਇੱਕ ਸੀਨੀਅਰ ਮਨੁੱਖੀ ਅਧਿਕਾਰਾਂ ਦੀ ਮਾਹਰ ਮਾਰਸੀਆ ਕਰੌਨ ਨੇ ਕਿਹਾ ਕਿ HRC ਸਿੱਖਾਂ ਅਤੇ ਹੋਰਾਂ ਵਿਰੁੱਧ ਭਾਰਤ ਦੇ ਹਾਲ ਦੀ ਵਿੱਚ ਸਾਹਮਣੇ ਆਏ ਅੰਤਰਰਾਸ਼ਟਰੀ ਜਬਰ ਯਾਨੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਹੁਤ ਦੁਖੀ ਹੈ, ਜਿਸ ਵਿੱਚ ਭਾਰਤ ਦੀਆਂ ਖੂਫੀਆ ਏਜੰਸੀਆਂ ਦੇ ਨਾਲ-ਨਾਲ ਉੱਚ ਦਰਜੇ ਦੇ ਸਰਕਾਰੀ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਵਿੱਚ ਕਈ ਦੇਸ਼ਾਂ ਵਿੱਚ ਰਾਜਨੀਤਿਕ ਵਿਰੋਧੀਆਂ ਨੂੰ ਕਤਲ ਕੀਤਾ ਹੈ। ਯਾਦ ਰਹੇ ਕਿ ਪਿਛਲੇ ਸਾਲ ਭਾਰਤੀ ਏਜੰਟਾਂ ਦੁਆਰਾ ਕੈਨੇਡਾ ਵਿੱਚ ਇੱਕ ਪ੍ਰਮੁੱਖ ਸਿੱਖ ਕਾਰਕੁਨ ਦੀ ਹੱਤਿਆ ਕਰ ਦਿੱਤੀ ਗਈ ਸੀ। ਮਾਰਸੀਆ ਕਰਾਨ ਦੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਖਤਮ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਅਤੇ ਭਰੋਸੇ ਲਈ ਉਸ ਦੀ ਬੇਨਤੀ ਨੂੰ ਭਾਰਤੀ ਵਫਦ ਵੱਲੋਂ ਇੱਕ ਸਾਧਾਰਨ ਦਾਅਵੇ ਨਾਲ ਪੂਰਾ ਕੀਤਾ ਗਿਆ ਸੀ ਕਿ ਇਹ ਮਾਮਲੇ ਜਾਂਚ ਅਧੀਨ ਹਨ ਅਤੇ ਇਸ ਲਈ ਅਜਿਹਾ ਕੋਈ ਭਰੋਸਾ ਨਹੀਂ ਦਿੱਤਾ ਜਾ ਸਕਦਾ।
ਸਿੱਖਾਂ ਨੇ HRC ਯਾਨੀ ਕਿ ਹਿਊਮਨ ਰਾਈਟਸ ਕਮਿਸ਼ਨ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਭਾਰਤ ਦੀ ਇਸ ਸਮੀਖਿਆ ਵਿੱਚ ਯੋਗਦਾਨ ਪਾਇਆ ਜੋ ਆਖਰਕਾਰ 27 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਆਯੋਜਿਤ ਕੀਤੀ ਗਈ ਸੀ। ਸਿੱਖਾਂ ਵੱਲੋਂ HRC ਨਾਲ ਗੱਲਬਾਤ ਜਾਰੀ ਰੱਖੀ ਜਾਵੇਗੀ ਅਤੇ ਜੋ ਜਲਦ ਹੀ HRC ਭਾਰਤ ਵੱਲੋਂ ਆਪਣੀਆਂ ICCPR ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਨਾ ਕਰਨ ਬਾਰੇ ਆਪਣੀਆਂ ਅੰਤਮ ਸਿਫਾਰਸ਼ਾਂ ਜਾਰੀ ਕਰੇਗੀ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਰਤ ਸਰਕਾਰ ਦੀ ਸਮੀਖਿਆ ਦੀ ਇਸ ਪ੍ਰਤੀਕਿਰਿਆ ਵਿੱਚ ਸੰਯੁਕਤ ਰਾਸ਼ਟਰ ਦੇ ਨਾਲ ਬੇਮਿਸਾਲ ਸ਼ਮੂਲੀਅਤ ਨੇ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੀਆਂ ਮੁੱਖ ਚਿੰਤਾਵਾਂ ਨੂੰ ਉਜਾਗਰ ਕੀਤਾ। ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਯਾਦ ਦਿਵਾਇਆ ਗਿਆ ਹੈ ਕਿ ਸਿੱਖ ਪੰਜਾਬ ਵਿੱਚ ਇੱਕ ਪ੍ਰਭੂ ਸੱਤਾ ਸੰਪੰਨ ਆਜ਼ਾਦ ਵਤਨ ਦੇ ਰੂਪ ਵਿੱਚ ਆਪਣੇ ਸਵੈ ਨਿਰਣੇ ਦੇ ਅਧਿਕਾਰਾਂ ਦੀ ਵਰਤੋਂ ਕਰਨ ਲਈ ਵਚਨਬੱਧ ਹਨ ਅਤੇ ਨਾਲ ਹੀ ਇਸ ਵਿਰੁੱਧ ਪਿਛਲੇ 40 ਸਾਲਾਂ ਵਿੱਚ ਭਾਰਤੀ ਸਰਕਾਰ ਅਤੇ ਗੈਰ ਸਰਕਾਰੀ ਅਨਸਰਾਂ ਵੱਲੋਂ ਕੀਤੇ ਗਏ ਨਸਲਕੁਸ਼ੀ ਹਮਲਿਆਂ ਦੀ ਅੰਤਰਰਾਸ਼ਟਰੀ ਕਾਨੂੰਨੀ ਜਵਾਬਦੇਹੀ ਨੂੰ ਯਕੀਨੀ ਬਣਾਉਣਗੇ। ਇਸ ਮੌਕੇ 'ਤੇ ਰਾਜਨੀਤਿਕ ਕੈਦੀਆਂ ਦੀ ਰਿਹਾਈ, ਸਿੱਖ ਧਰਮ ਨੂੰ ਆਜ਼ਾਦਾਨ ਤੌਰ 'ਤੇ ਅਭਿਆਸ ਕਰਨ ਦਾ ਅਧਿਕਾਰ, ਮੌਜੂਦਾ ਸਮੇਂ ਵਿੱਚ ਸਿੱਖ ਭਾਰਤੀ ਸੰਵਿਧਾਨ ਅਨੁਸਾਰ ਹਿੰਦੂ ਧਰਮ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ, ਪੰਜਾਬ ਦੇ ਖੇਤਰ ਅਤੇ ਦਰਿਆਏ ਪਾਣੀ ਦੀ ਰਾਖੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਅਧਿਕਾਰ ਅਤੇ ਹੋਰ ਜ਼ਰੂਰੀ ਵਿਸ਼ਿਆਂ ਪ੍ਰਤੀ ਚਾਨਣ ਪਾਇਆ ਗਿਆ। ਵਰਲਡ ਸਿੱਖ ਪਾਰਲੀਮੈਂਟ ਦੀ ਇਸ ਸਫਲ ਪਹਿਲ ਕਦਮੀ ਨੇ ਦਿਖਾਇਆ ਹੈ ਕਿ ਜਦੋਂ ਅੰਤਰਰਾਸ਼ਟਰੀ ਕਾਨੂੰਨ ਦੀ ਗੱਲ ਆਉਂਦੀ ਹੈ ਤਾਂ ਭਾਰਤ ਕਟਹਿਰੇ ਵਿੱਚ ਪਾਇਆ ਜਾਂਦਾ ਹੈ। ਆਜ਼ਾਦੀ ਅਤੇ ਨਿਆਂ ਲਈ ਸਿੱਖ ਸੰਘਰਸ਼ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਨਿਤ ਕਾਨੂੰਨੀ ਮਾਪਦੰਡਾਂ ਦੁਆਰਾ ਆਧਾਰਿਤ ਹੈ। ਵਰਲਡ ਸਿੱਖ ਪਾਰਲੀਮੈਂਟ ਉਸ ਸੰਘਰਸ਼ ਲਈ ਵਚਨਬੱਧ ਹੈ ਅਤੇ ਸਾਰੇ ਸਿੱਖਾਂ ਨੂੰ ਸਾਰੇ ਉਪਲਬਧ ਸਿਆਸੀ, ਕਾਨੂੰਨੀ ਅਤੇ ਸਮਾਜਿਕ ਵਿਧੀਆਂ ਨਾਲ ਜੁੜ ਕੇ ਉਸ ਕੌਮੀ ਯਤਨ ਵਿੱਚ ਯੋਗਦਾਨ ਪਾਉਣ ਲਈ ਸੱਦਾ ਦਿੰਦੀ ਹੈ। 27 ਸਾਲ ਬਾਅਦ ਇਸ ਹਫ਼ਤੇ ਮਨੁੱਖੀ ਅਧਿਕਾਰ ਕਮੇਟੀ ਅੱਗੇ ਭਾਰਤ ਦੀ ਅਪਮਾਨਜਨਕ ਵਾਪਸੀ ਇਹ ਦਰਸਾਉਂਦੀ ਹੈ ਕਿ ਆਖਰਕਾਰ ਇੱਕ ਕਾਨੂੰਨਹੀਨ ਰਾਜ ਲਈ ਲੁਕਣ ਲਈ ਕੋਈ ਥਾਂ ਨਹੀਂ ਹੈ ਅਤੇ ਤਾਕਤਵਰ ਦਾ ਸਦਾ 27ਵੀਂ ਹੀ 100 ਨਹੀਂ ਹੁੰਦਾ। ਵਰਲਡ ਸਿੱਖ ਪਾਰਲੀਮੈਂਟ ਦੇ ਡੈਲੀਗੇਸ਼ਨ ਵਿੱਚੋਂ ਭਾਈ ਰਣਜੀਤ ਸਿੰਘ ਜੀ ਸਰਾਏ, ਭਾਈ ਮਨਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਦੇ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਇਲਾਵਾ ਡੈਲੀਗੇਸ਼ਨ ਵਿੱਚ ਭਾਈ ਜੋਗਾ ਸਿੰਘ ਜੀ, ਭਾਈ ਪ੍ਰਿਤਪਾਲ ਸਿੰਘ ਅਤੇ ਭਾਈ ਅਮਰੀਕ ਸਿੰਘ ਸਹੋਤਾ, ਹਰਜੋਤ ਸਿੰਘ ਅਤੇ ਜਤਿੰਦਰ ਸਿੰਘ ਆਦਿ ਸ਼ਾਮਲ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗੀ ਜੀ ਸਾਡੀ ਪੰਜਾਬੀ ਪ੍ਰੈਸ ਰਿਲੀਜ਼। ਹੁਣ ਅਸੀਂ ਜਿਹੜੇ ਸਾਡੇ ਕੋਲ ਕੁਐਸਚਨਸ ਮੀਡੀਆ ਤੋਂ ਆਏ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਕੁਐਸਚਨਸ ਵੱਲ ਵੱਧਦੇ ਹੋਏ ਸਾਡੇ ਨਾਲ ਡੈਲੀਗੇਸ਼ਨ ਦੇ ਵਿੱਚ ਅੱਜ ਅਮਰੀਕ ਸਿੰਘ ਸਹੋਤਾ ਜੀ ਮੇਰੇ ਲੈਫਟ ਤੋਂ ਜੇ ਅਸੀਂ ਗੱਲ ਕਰੀਏ ਮੌਜੂਦ ਨੇ, ਜੋ ਕਿ ਵਰਲਡ ਸਿੱਖ ਪਾਰਲੀਮੈਂਟ UK ਦੇ ਸਪੀਕਰ ਨੇ। ਨਾਲ ਹੀ ਨਾਲ ਰਣਜੀਤ ਸਿੰਘ ਜੀ ਸਰਾਏ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਊਂਸਿਲ ਦੇ ਮੁਖੀ ਨੇ। ਦਾਸ ਮਨਪ੍ਰੀਤ ਸਿੰਘ ਜਨਰਲ ਸੈਕਟਰੀ ਵਰਲਡ ਸਿੱਖ ਪਾਰਲੀਮੈਂਟ, ਅਤੇ ਮੇਰੇ ਨਾਲ ਨੇ ਗੁਰਪ੍ਰੀਤ ਸਿੰਘ ਜੋ ਕਿ ਸੇਵਿੰਗ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਅਤੇ ਨਾਲ ਜਿਹੜਾ ਉਹ ਵਰਲਡ ਸਿੱਖ ਪਾਰਲੀਮੈਂਟ ਦੇ UK ਦੇ ਕੋਆਰਡੀਨੇਟਰ ਨੇ। ਅਤੇ ਉਹਨਾਂ ਦੇ ਨਾਲ ਸਾਡੇ ਭਾਈ ਜੋਗਾ ਸਿੰਘ ਜੀ ਬਹੁਤ ਹੀ ਸੀਨੀਅਰ ਸਿੰਘ ਜੋ ਕਿ ਲੰਬੇ ਸਮੇਂ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਸਪੀਕਰ ਦੀ ਭੂਮਿਕਾ ਨਿਭਾ ਰਹੇ ਨੇ। ਅੱਜ ਅਸੀਂ ਇਹ ਸਾਰੇ ਸਵਾਲਾਂ ਦੀ, ਆਪ ਜੀ ਦੇ ਜੋ ਵੀ ਸਵਾਲ ਸਾਡੇ ਕੋਲ ਆਏ ਨੇ, ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ। ਸੋ ਸਭ ਤੋਂ ਪਹਿਲਾਂ ਮੈਂ ਆਪਣੇ ਪਹਿਲੇ ਸਵਾਲ ਵੱਲ ਵਧਦਾ ਕਿ ਕੀ ਤੁਸੀਂ ਇਸ 22 ਪੇਜ ਦੀ ਰਿਪੋਰਟ ਜੋ ਕਿ ਇੰਗਲਿਸ਼ ਦੇ ਵਿੱਚ ਹੈ, ਕੀ ਤੁਸੀਂ ਇਸ ਨੂੰ ਪੰਜਾਬੀ ਦੇ ਵਿੱਚ 5-6 ਮਿੰਟਾਂ ਵਿੱਚ ਸੰਗਤਾਂ ਵਾਸਤੇ ਸਮਰਾਈਜ਼ ਕਰ ਸਕਦੇ ਹੋ? ਇਹ ਸਵਾਲ ਰਣਜੀਤ ਸਿੰਘ ਜੀ ਸਰਾਏ ਆਈ ਥਿੰਕ ਐਪਟ ਹੋਏਗਾ ਕਿ ਤੁਸੀਂ ਇਹਦਾ ਜਵਾਬ ਦੇ ਦਿਓ। ਹਾਂਜੀ ਜ਼ਰੂਰ। ਸੋ ਇਹ ਜੋ ਰਿਪੋਰਟ ਦਰਜ ਕੀਤੀ ਗਈ ਸੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹਿਊਮਨ ਰਾਈਟਸ ਕਮੇਟੀ ਕੋਲ ਐਸ ਰਿਵਿਊ ਐਸ ਪ੍ਰੋਸੈਸ ਦੇ ਵਿੱਚ, ਇਹ 3 ਜੂਨ ਦੇ ਦਿਨ 'ਤੇ ਦਰਜ ਕੀਤੀ ਗਈ ਸੀ ਰਿਪੋਰਟ। ਔਰ ਇਹਦੀ ਅਹਿਮੀਅਤ ਕੀ ਹੈ? 40 ਸਾਲ ਹੋ ਗਏ ਸੀਗੇ ਇਸ 3 ਜੂਨ ਨੂੰ, 40 ਸਾਲ ਹੋ ਗਏ ਸੀ ਜੋ ਇੰਡੀਆ ਨੇ ਅਟੈਕ ਕੀਤਾ ਸਿੱਖਾਂ 'ਤੇ।
ਜਿਹਨੂੰ ਇਹ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ। ਆਪਾਂ ਕਹਿੰਦੇ ਆ ਬੈਟਲ ਆਫ ਅੰਮ੍ਰਿਤਸਰ ਕਿਉਂਕਿ ਸਿੰਘਾਂ ਨੇ ਉੱਥੇ ਜੋ ਦਲੇਰੀ ਦਿਖਾਈ, ਸਿੰਘਾਂ ਨੇ ਉੱਥੇ ਜਿਹੜੀਆਂ ਸ਼ਹੀਦੀਆਂ ਪਾਈਆਂ, ਉਹ ਸਾਡੇ ਲਈ ਬਹੁਤ ਅਹਿਮੀਅਤ ਹੈ। ਸੋ ਇਹ ਰਿਪੋਰਟ 3 ਜੂਨ ਨੂੰ ਦਰਜ ਕੀਤੀ ਗਈ ਸ਼ੋਰਟ ਵਿੱਚ, ਕਿਉਂਕਿ ਟਾਈਮ ਵੀ ਆਪਾਂ ਸਮੇਂ ਦਾ ਵੀ ਖਿਆਲ ਰੱਖਣਾ। ਇਸ ਰਿਪੋਰਟ ਵਿੱਚ ਸਭ ਤੋਂ ਪਹਿਲਾਂ ਉਸ ਇਤਿਹਾਸਕ ਦਿਨ ਦਾ ਜਾਂ ਹਫ਼ਤੇ ਦਾ ਜ਼ਿਕਰ ਕੀਤਾ ਗਿਆ ਕਿ ਜੂਨ 84 ਵਿੱਚ ਇੰਡੀਅਨ ਸਟੇਟ ਨੇ, ਇੰਡੀਅਨ ਸਿਕਿਉਰਿਟੀ ਫੋਰਸਿਸ, ਇੰਡੀਅਨ ਆਰਮੀ, ਉਹਨਾਂ ਨੇ ਕੀ ਆਪਰੇਸ਼ਨ ਕੀਤਾ ਸਿੱਖਾਂ ਉੱਤੇ, ਔਰ ਇਹ ਭੁੱਲਣਯੋਗ ਨਹੀਂ। ਅਤੇ ਆਪਾਂ ਕਹਿ ਦਿੰਦੇ ਹਾਂ ਨੈਵਰ ਫੋਰਗੈਟ 84, ਇਹ ਰਿਐਲਿਟੀ ਆ, ਸਿੱਖ ਕਦੀ ਨਹੀਂ ਭੁੱਲ ਸਕਦੇ 84। ਸੋ 84 ਤੋਂ ਬਾਅਦ ਜੋ ਸਟੈਪ ਸਿੱਖਾਂ ਨੇ ਲੈ ਰਾਜਨੀਤਿਕ ਤੌਰ 'ਤੇ, ਸੈਲਫ ਡਿਟਰਮੀਨੇਸ਼ਨ, ਆਜ਼ਾਦੀ, ਖੁਦ ਮੁਖਤਿਆਰੀ, ਇਹ ਸਾਰੇ ਜਿਹੜੇ ਲਫ਼ਜ਼ ਆ ਇਹ ਉਦੋਂ ਜ਼ਿਆਦਾ ਸਿੱਖ ਸਾਈਕੀ ਵਿੱਚ ਆਏ 84 ਤੋਂ ਬਾਅਦ, ਕਿਉਂਕਿ ਜਦੋਂ ਜੈਨੋਸਾਈਡ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਮੁਲਕ ਨਾਲ ਕੋਈ ਸੁਲਹ ਸਫਾਈ ਕਿਸ ਤਰ੍ਹਾਂ ਹੋ ਸਕਦੀ ਹੈ? ਕਿਸ ਤਰ੍ਹਾਂ ਤੁਸੀਂ ਯਕੀਨ ਕਰੋਗੇ? ਇੰਟਰਨਲ, ਫੈਡਰਲ, ਕੌਨਫੈਡਰਲ, ਇਹ ਸਭ ਗੱਲਾਂ ਮੁੱਕ ਚੁੱਕੀਆਂ ਜਦੋਂ ਕੋਈ ਸਟੇਟ ਜੈਨੋਸਾਈਡ ਕਰਦੀ ਹੈ ਕਿਸੇ ਕੌਮ 'ਤੇ। ਸੋ ਇਹ ਹੈ ਸਥਿਤੀ, ਔਰ ਇਹ 40 ਸਾਲਾਂ ਤੋਂ ਆ ਰਹੀ ਆ ਕਹਾਣੀ। ਔਰ ਇਸ ਰਿਪੋਰਟ ਵਿੱਚ ਇਹ ਐਂਗਲ ਤੋਂ ਅਸੀਂ ਆਏ ਹਾਂ ਕਿ ਜਿਹੜਾ ICCPR ਆ, ਇੰਟਰਨੈਸ਼ਨਲ ਕਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਜਿਹਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਔਰ ਦੂਜੇ ਜਿਹੜੇ ਹੱਕ ਆ ਹਿਊਮਨ ਰਾਈਟਸ ਜਿਹਨਾਂ ਨੂੰ ਮੰਨਿਆ ਜਾਂਦਾ ਦੁਨੀਆ ਵਿੱਚ, ਸਾਰੀ ਦੁਨੀਆ ਵਿੱਚ ਜਿਹੜੀਆਂ ਉਹ ਚੀਜ਼ਾਂ ਮੰਨੀਆਂ ਜਾਂਦੀਆਂ, ਇਹ ਸਾਰੀਆਂ ਚੀਜ਼ਾਂ ਦੀ ਇਹ ਉਲੰਘਣਾ ਕੀਤੀ ਆ ਇੰਡੀਅਨ ਸਟੇਟ ਨੇ ਸਿੱਖਾਂ ਪ੍ਰਤੀ। ਔਰ ਇਹ ਡਿਫਾਈਨ ਕਰ ਰਹੀ ਆ ਇੰਡੀਆ ਦੀ ਅਤੇ ਸਿੱਖਾਂ ਦੀ ਰਿਲੇਸ਼ਨਸ਼ਿਪ, ਔਰ ਇਹ ਕੌਨਫਲਿਕਟ ਇਹ ਡਿਫਾਈਨ ਹੋ ਚੁੱਕਾ ਥਰੂ ਦੀਜ਼ ਬ੍ਰੀਚਿਸ ਆਫ ਦ ICCPR। ਸੋ ਇਸ ਢੰਗ ਨਾਲ ਹਿਊਮਨ ਰਾਈਟਸ ਕਮੇਟੀ ਨੂੰ ਅਪਰੋਚ ਕੀਤਾ ਗਿਆ ਕਿ ਇੰਡੀਆ ਨੇ ਜਿਹੜੇ ਬ੍ਰੀਚ ਕੀਤੇ ਆ, ਜਿਹੜੀ ਉਲੰਘਣਾ ਕੀਤੀ ਆ ICCPR ਦੇ ਬੁਨਿਆਦੀ ਹੱਕ, ਉਹ ਡਿਫਾਈਨ ਕਰ ਰਿਹਾ ਆ ਸਿੱਖ ਇੰਡੋ ਸਿੱਖ ਕੌਨਫਲਿਕਟ। ਔਰ ICCPR ਦੇ ਜਿਹੜੇ ਰਿਕੁਆਇਰਮੈਂਟਸ ਆ ਉਹਨਾਂ ਨੂੰ ਲਾਗੂ ਕਰਕੇ ਹੀ ਇੱਕ ਪੰਜਾਬ ਦਾ ਕੌਨਫਲਿਕਟ ਸੋਲਵ ਹੋਣਾ ਪੀਸਫੁਲੀ, ਸ਼ਾਂਤਮਈ ਢੰਗ ਨਾਲ। ਵੈਰੀ ਕੁਇਕਲੀ ਮੈਂ ਬਹੁਤ ਛੇਤੀ ਮੈਂਸ਼ਨ ਕਰਨਾ ਕਿ ਓਬਵੀਅਸਲੀ ਬਿਲਕੁਲ ਜਿਹੜਾ ਇਸ ਵੇਲੇ ਹੋ ਰਿਹਾ ਦੌਰ ਚੱਲ ਰਿਹਾ ਹੈ ਇਹਨਾਂ ਦਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ, ਉਹਨੂੰ ਪਹਿਲੇ ਸਫ਼ੇ 'ਤੇ ਹੀ ਹਾਈਲਾਈਟ ਕੀਤਾ ਗਿਆ ਕਿ ਬਹੁਤ ਪ੍ਰਾਇਓਰਿਟੀ ਆ ਕਿ ਇੰਟਰਨੈਸ਼ਨਲ ਕਮਿਊਨਿਟੀ ਨੂੰ, ਇੰਡੀਆ ਨੂੰ ਕਹਿਣਾ ਪੈਣਾ ਕਿ ਇਹ ਕਰੋ ਬੰਦ ਕੰਮ। ਆਪਾਂ ਤਾਂ ਕਹਿੰਦੇ ਆ ਕਿਉਂਕਿ ਸਾਡੇ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਆ, ਪਰ ਇਹਨਾਂ ਵਾਸਤੇ ਵੀ ਬ੍ਰਿਟਨ, ਕੈਨੇਡਾ, ਅਮਰੀਕਾ, ਇਹਨਾਂ ਦੀ ਵੀ ਸੋਵਰਨਟੀ ਜਾਂਦੀ ਲੱਗਦੀ ਹੈ ਜਦੋਂ ਇੰਡੀਆ ਤਾਂ ਇਹੋ ਜਿਹੇ ਕੰਮ ਕਰਦੀ ਹੈ। ਸੋ ਇਹ ਪਹਿਲੇ ਸਫ਼ੇ ਤੇ ਜ਼ਿਕਰ ਕੀਤਾ ਗਿਆ। ਫਿਰ ਹਿਊਮਨ ਰਾਈਟਸ ਦਾ ਜਿਹੜਾ ਬੁਨਿਆਦੀ ਹੱਕ ਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜੋ ਆਰਟੀਕਲ 1 ICCPR ਦਾ ਆਰਟੀਕਲ 1 ਆ, ਦੂਜਾ ਨਹੀਂ, ਤੀਜਾ ਨਹੀਂ, ਚੌਥਾ ਨਹੀਂ, ਪੰਜਵਾਂ ਨਹੀਂ, ਆਰਟੀਕਲ 1 ਆ, ਪਹਿਲਾ ਆਰਟੀਕਲ, ਜੋ ਕਹਿ ਰਿਹਾ ਕਿ ਹਰੇਕ ਕੌਮ ਦਾ ਹੱਕ ਆ ਸਵੈ ਨਿਰਣੇ ਦਾ, ਆਪਣੇ ਭਵਿੱਖ ਵਾਸਤੇ ਆਪ ਖੁਦ ਫੈਸਲਾ ਕਰਨਾ ਸਾਡਾ ਹੱਕ ਆ। ਇਹ ਮੈਂ ਨਹੀਂ ਕਹਿ ਰਿਹਾ, ਇਹ ਇੰਟਰਨੈਸ਼ਨਲ ਲਾਅ ਕਹਿ ਰਿਹਾ। ਔਰ ਇੰਡੀਆ ਨੇ ਜਦੋਂ ਇਹ 1966 ਕਵਨੈਂਟ 'ਤੇ ਦਸਤਖਤ ਕੀਤੇ, ਇੰਡੀਆ ਨੇ ਇੱਕ ਰਿਜ਼ਰਵੇਸ਼ਨ ਪਾਇਆ ਫਾਰਮਲ UN ਨੂੰ ਕਿ ਆਰਟੀਕਲ 1 ਨੂੰ ਨਹੀਂ ਅਸੀਂ ਮੰਨਦੇ। ਔਰ UN ਦੀ ਹਿਊਮਨ ਰਾਈਟਸ ਕਮੇਟੀ ਨੇ ਖੁਦ ਇੰਡੀਆ ਨੂੰ ਕਿਹਾ ਆ, ਬਾਰ-ਬਾਰ ਕਿਹਾ ਆ ਕਿ ਇਹ ਰਿਜ਼ਰਵੇਸ਼ਨ ਵਾਪਸ ਲਓ, ਇਹ ਨਜਾਇਜ਼ ਆ। ਸਿਰਫ UN ਨੇ ਨਹੀਂ ਕਿਹਾ, ਜਰਮਨੀ, ਫਰਾਂਸ, ਹਾਲੈਂਡ, ਇਹਨਾਂ ਨੇ ਫਾਰਮਲੀ ਇੰਡੀਆ ਨੂੰ ਕਿਹਾ ਹੈ ਕਿ ਇਹ ਵਾਪਸ ਲਵੋ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਬੁਨਿਆਦੀ ਹੱਕ ਆ, ਜਿਸ ਤੋਂ ਬਿਨਾਂ ਜਿਹੜੇ ਦੂਜੇ ਹੱਕ ਆ, ਰਾਈਟ ਟੂ ਲਾਈਫ, ਰਾਈਟ ਟੂ ਰਿਲੀਜਨ, ਰਾਈਟ ਟੂ ਫਰੀਡਮ ਆਫ ਐਕਸਪ੍ਰੈਸ਼ਨ, ਇਹ ਸਾਰੇ ਫਜ਼ੂਲ ਆ। ਉਹ ਡਿਪੈਂਡ ਆ ਰਾਈਟ ਆਫ ਸੈਲਫ ਡਿਟਰਮੀਨੇਸ਼ਨ 'ਤੇ। ਸੋ ਇਹ ਹੈਗਾ ਆਰਟੀਕਲ 1। ਫਿਰ
ਸਾਡੀ ਰਿਪੋਰਟ ਨੇ ਜ਼ਿਕਰ ਕੀਤਾ ਕਿ ਜੇ ਇੰਡੀਆ ਕਹਿ ਰਹੀ ਆ ਕਿ ਤੁਹਾਡੇ ਜਿਹੜੇ ਹਿਊਮਨ ਰਾਈਟਸ ਆ ਮਹਿਫੂਜ਼ ਆ, ਕਿਉਂ? ਸਾਡੀ ਜੁਡੀਸ਼ਰੀ ਆ, ਸਾਡਾ ਕੌਨਸਟੀਟਿਊਸ਼ਨ ਆ, ਸਾਡਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਣਿਆ ਹੋਇਆ ਆ, ਉਹਨੂੰ ਐਕਸਪੋਜ਼ ਕੀਤਾ ਗਿਆ। ਈਵਨ ਸਾਡੀ ਨਹੀਂ ਗੱਲ, ਜਿਹੜੀ ਦੁਨੀਆ ਭਰ ਵਿੱਚ ਇੱਕ ਮੰਨੀ ਗਈ ਆ ਬੋਡੀ, ਨੈਸ਼ਨਲ ਹਿਊਮਨ ਰਾਈਟਸ ਜਿਹੜੇ ਕਮਿਸ਼ਨ ਹੁੰਦੇ ਆ ਸਾਰੀ ਦੁਨੀਆ ਦੇ, ਉਹਨਾਂ ਨੇ ਰਲ ਕੇ ਇੰਡੀਆ ਨੂੰ ਕਿਹਾ ਆ ਕਿ ਤੁਸੀਂ ਆਪਣਾ ਨਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਇਹ ਫਿਟ ਫॉर ਪਰਪਸ ਨਹੀਂ, ਇਹ ਕਿਸੇ ਕੰਮ ਦਾ ਨਹੀਂ, ਇਹ ਤੁਸੀਂ ਜਿਹੜਾ ਪ੍ਰੋਪਾਗੈਂਡਾ ਕਰ ਰਹੇ ਆ ਨਾ ਕਿ ਇਹ ਇੱਕ ਓਵਰਸੀ ਬੋਡੀ ਹੈਗੀ ਆ ਜਿਹੜੀ ਹਿਊਮਨ ਰਾਈਟਸ ਦੀ ਰਾਖੀ ਕਰਦੀ ਆ, ਕੋਈ ਵੀ ਨਹੀਂ ਮੰਨਦਾ, ਦੁਨੀਆ ਵਿੱਚ ਕੋਈ ਵੀ ਨਹੀਂ ਮੰਨਦਾ। ਆਰਟੀਕਲ 6 ਰਾਈਟ ਟੂ ਲਾਈਫ, ਸਭ ਨੂੰ ਪਤਾ ਜੈਨੋਸਾਈਡ ਹੋਇਆ ਸਿੱਖਾਂ ਦੇ ਨਾਲ, ਅਤੇ ਨਵੰਬਰ 84 ਦਾ ਪਤਾ, ਬਾਕੀ ਜੋ ਦੌਰ ਚੱਲਿਆ ਪੰਜਾਬ ਵਿੱਚ ਜਿੱਥੇ ਇਹਨਾਂ ਨੇ ਲਾਸ਼ਾਂ ਦੇ ਢੇਰ ਲਾਤੇ ਸੀ। ਸੋ ਇਹ ਸਾਰੀ ਗੱਲ ਇਹਨਾਂ ਦੀ ਨੋਟਿਸ ਵਿੱਚ ਲਿਆਂਦੀ ਗਈ, ਔਰ ਇਹਦੇ ਵਿੱਚ ਫਿਰ ਵੀ ਅਸੀਂ ਆਪਣੇ ਆਪ ਵੱਲੋਂ ਨਹੀਂ ਕਹਿ ਰਹੇ। ਜਦੋਂ ਸੱਜਣ ਕੁਮਾਰ ਦਾ ਜਿਹੜਾ ਟਰਾਇਲ ਹੋਇਆ ਦਿੱਲੀ ਵਿੱਚ, ਅਤੇ ਹਾਈ ਕੋਰਟ, ਦਿੱਲੀ ਹਾਈ ਕੋਰਟ ਦੇ ਜੱਜ ਨੇ ਖੁਦ ਕਿਹਾ ਕਿ ਇਹ ਜਿਹੜੇ ਕਿਲਿੰਗਸ ਹੋਇਆ, ਇਹ ਹੱਤਿਆ ਜਿਹੜੀ ਹੋਈ ਆ, ਜਿਹਨੂੰ ਇੰਡੀਅਨ ਮੀਡੀਆ ਕਹਿੰਦੀ ਰਾਇਟਸ, ਸੋ ਇਹਨਾਂ ਨੇ ਕਿਹਾ ਕਿ ਇਹ ਹੈਗੇ ਆ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਇਹ ਜੈਨੋਸਾਈਡ ਦਾ ਦਰਜਾ ਆ। ਬੇਸ਼ੱਕ ਇੰਡੀਅਨ ਕਾਨੂੰਨ ਉਹ ਮੰਨਦਾ ਨਹੀਂ, ਉਹ ਕ੍ਰਾਈਮ ਨੇਗਾ ਇੰਡੀਅਨ ਕਾਨੂੰਨ ਵਿੱਚ, ਜਿਹੜਾ ਕਿ ਹੋਣਾ ਚਾਹੀਦਾ, ਪਰ ਇਸ ਲੈਵਲ ਦੀਆਂ ਗੱਲਾਂ ਹਿਊਮਨ ਰਾਈਟਸ ਕਮੇਟੀ ਦੀ ਨੋਟਿਸ ਵਿੱਚ ਲਿਆਂਦੀਆਂ ਗਈਆਂ। ਫਿਰ ਟੋਰਚਰ ਬਾਰੇ ਦੱਸਿਆ ਗਿਆ, ਕਈ ਐਗਜ਼ਾਮਪਲ ਮਿਸਾਲ ਦਿੱਤੇ ਗਏ, ਗੁਰਦੇਵ ਸਿੰਘ ਜਥੇਦਾਰ ਗੁਰਦੇਵ ਸਿੰਘ ਕੌਂਕੇ, ਸਿਮਰਜੀਤ ਸਿੰਘ ਮਾਨ ਦੇ ਖਿਲਾਫ ਜੋ ਇਹਨਾਂ ਨੇ ਟੌਰਚਰ ਕੀਤਾ, ਕੁਲਵੀਰ ਸਿੰਘ, ਜਗਤਾਰ ਸਿੰਘ ਜੋਹਲ, ਬ੍ਰਿਟਿਸ਼ ਸਿਟੀਜ਼ਨ, ਟੌਰਚਰ ਦਾ ਵਿਕਟਿਮ। ਇਹ ਸਾਰਾ ਇਹਨਾਂ ਮਟੀਰੀਅਲ ਇਕੱਠਾ ਕਰਕੇ ਇਹਨਾਂ ਹਿਊਮਨ ਰਾਈਟਸ ਕਮੇਟੀ ਨੂੰ ਦਿੱਤਾ ਗਿਆ। ਫਿਰ ਜਿਹਨੂੰ ਕਹਿੰਦੇ ਆਰਬਿਟਰੀ ਡਿਟੈਂਸ਼ਨ, ਬਿਨਾਂ ਕਾਰਨ ਤੋਂ ਅੰਦਰ ਕਰਨਾ, ਇਹ ਵੀ ICCPR ਦੇ ਖਿਲਾਫ ਹੈ। ਸੋ ਇੰਡੀਆ ਦਾ ਜਿਹੜਾ ਰਿਕਾਰਡ ਹੈ ਉਹ ਸਭ ਨੂੰ ਪਤਾ, ਚਾਹੇ ਉਹ UAPA ਆ, ਚਾਹੇ ਉਹ NSA ਆ, ਸਾਰਾ ਜ਼ਿਕਰ ਕੀਤਾ ਗਿਆ ਕਿ UAP ਦੇ ਅਧੀਨ ਆਪਣੇ ਸਿੱਖ ਬਾਰ-ਬਾਰ ਅੰਦਰ ਕੀਤੇ ਜਾ ਰਹੇ ਆ, NSA ਦੇ ਅਧੀਨ ਭਾਈ ਅੰਮ੍ਰਿਤਪਾਲ ਸਿੰਘ ਦਾ ਐਗਜ਼ਾਮਪਲ ਦਿੱਤਾ ਗਿਆ ਕਿ ਇਹ ਬਿਨਾਂ ਕਾਰਨ ਤੋਂ ਇਹਨਾਂ ਨੇ ਬੰਦ ਕੀਤੀ ਆ। ਔਰ ਅਸੀਂ ਸਿਰਫ ਅਗੇਨ ਫਿਰ ਵੀ ਮੈਂ ਕਹੂੰਗਾ, ਇਹ ਸਿਰਫ ਸਿੱਖ ਨਹੀਂ ਕਹਿ ਰਹੇ, ਇਹ ਦੁਨੀਆ ਭਰ ਵਿੱਚ ਹਿਊਮਨ ਰਾਈਟਸ ਬਾਡੀਜ਼ ਕਹਿ ਰਹੀਆਂ ਕਿ ਇਹ ਜਿਹੜੇ ਕਾਲੇ ਕਾਨੂੰਨ ਆ, ਇਹ ਅੰਤਰਰਾਸ਼ਟਰੀ ਦੇ ਕਾਨੂੰਨ ਦੇ ਅਧੀਨ ਇਹ ਨਾਜਾਇਜ਼ ਆ। ਸੋ ਅਸੀਂ ਅਪੀਲ ਕੀਤੀ ਆ ਕਿ ਹਿਊਮਨ ਰਾਈਟਸ ਕਮੇਟੀ ਇਹਨਾਂ ਇੰਡੀਆ 'ਤੇ ਪ੍ਰੈਸ਼ਰ ਪਾਵੇ ਕਿ ਇਹ ਪਿੱਛੇ ਇਹ ਵਾਪਸ ਲੈਣ। ਫਿਰ ਫਰੀਡਮ ਆਫ ਰਿਲੀਜਨ, ਧਾਰਮਿਕ ਜਿਹੜੀ ਆਜ਼ਾਦੀ ਹੁੰਦੀ ਆ, ਉਹ ਵੀ ਹੈ ਨਹੀਂ, ਉਹਦਾ ਵੀ ਅਸੀਂ ਜ਼ਿਕਰ ਕੀਤਾ। ਆਰਟੀਕਲ 25 ਦੇ ਅਧੀਨ ਸਿੱਖਾਂ ਨੂੰ ਹਿੰਦੂ ਕਲਾਸੀਫਾਈ ਕੀਤਾ ਗਿਆ, ਜੋ ਕਦੀ ਵੀ ਨਹੀਂ ਬਰਦਾਸ਼ਤ ਸੇ ਕਿਸੇ ਵੀ ਸਿੱਖ ਨੂੰ, ਔਰ ਇੰਟਰਨੈਸ਼ਨਲ ਲਾਅ ਦੇ ਵੀ ਖਿਲਾਫ ਹੈ। ਫਿਰ ਫਰੀਡਮ ਆਫ ਐਕਸਪ੍ਰੈਸ਼ਨ, ਆਪਣੀ ਗੱਲ ਕਰਨ ਦਾ ਜਿਹੜਾ ਹੱਕ ਆ, ਫਰੀਡਮ, ਜਿਹਨੂੰ ਇੰਡੀਆ ਕਹਿ ਰਿਹਾ ਕਿ ਅਸੀਂ ਡੈਮੋਕ੍ਰੇਸੀ ਆ, ਸਭ ਤੋਂ ਵੱਡੀ ਡੈਮੋਕ੍ਰੇਸੀ, ਕਦੀ ਵੀ ਨਹੀਂ। ਡੈਮੋਕ੍ਰੇਸੀ ਦਾ ਮੁੱਢਲਾ ਜਿਹੜਾ ਪੱਖ ਹੁੰਦਾ ਉਹ ਇਹ ਆ ਕਿ ਹਰੇਕ ਬੰਦੇ ਦੀ ਆਜ਼ਾਦੀ ਹੁੰਦੀ ਆ ਗੱਲ ਕਰਨ ਦੀ, ਉਸ ਤੋਂ ਬਿਨਾਂ ਡੈਮੋਕ੍ਰੇਸੀ ਦਾ ਕੋਈ ਮਾਇਨਾ ਨਹੀਂ, ਕੋਈ ਮਾਇਨਾ ਨਹੀਂ। ਸੋ ਫਰੀਡਮ ਆਫ ਐਕਸਪ੍ਰੈਸ਼ਨ ਬਾਰੇ ਦੱਸਿਆ ਗਿਆ ਕਿ ਸਿੱਖਾਂ ਨੂੰ ਜਾਂ ਤਾਂ ਅੰਦਰ ਕੀਤਾ ਜਾਂਦਾ, ਜਾਂ ਤਾਂ ਸਾਡੇ ਮੀਡੀਆ ਸਾਈਟ ਬੰਦ ਕੀਤੇ ਜਾਂਦੇ, ਜਾਂ ਤਾਂ ਇੰਟਰਨੈਟ ਸ਼ਟਡਾਊਨ ਹੋ ਜਾਂਦਾ ਜਦੋਂ ਫਰਜ਼ ਕੀਤਾ ਕੋਈ ਇਹਨਾਂ ਨੇ ਐਕਸ਼ਨ ਕਰਨਾ ਹੁੰਦਾ ਸਿੱਖਾਂ ਦੇ ਖਿਲਾਫ, ਚਾਹੇ ਉਹ ਕਿਸਾਨੀ ਅੰਦੋਲਨ ਦੇ ਵਿੱਚ, ਚਾਹੇ ਜਦੋਂ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਿੰਘਾਂ ਨੂੰ ਇਹਨਾਂ ਨੇ ਫੜਨਾ ਸੀਗਾ, ਇੰਟਰਨੈਟ ਬੰਦ। ਕਿਉਂ? ਇਹਦੇ ਨਾਲ ਇੱਕ ਇਹ ਵੀ ਜ਼ਿਕਰ ਕੀਤਾ, ਝੋਤਾ ਸਾਹਿਬ ਨਾਲ ਬੈਠੇ ਆ, ਇਹ ਵੀ ਆਪ ਦੱਸਣਗੇ ਕਿ ਜਦੋਂ ਅਸੀਂ ਬਾਹਰਲੇ ਮੁਲਕਾਂ ਵਿੱਚ ਵੀ ਆਵਾਜ਼ ਉਠਾਉਂਦੇ ਹਾਂ, ਸਾਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਾਡੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਦੇ ਖਿਲਾਫ ਵੀ ਡੈਫਾਮੇਸ਼ਨ ਕੀਤਾ ਗਿਆ। ਹਾਈ ਕੋਰਟ ਲੰਡਨ ਨੇ ਉਹ ਫੈਸਲਾ ਦਿੱਤਾ ਇਹਨਾਂ ਦੇ ਹੱਕ ਵਿੱਚ, ਆਪ ਦੱਸਣਗੇ। ਫਿਰ
ਦੂਜੇ ਜਿਹੜੇ ਹੱਕ ਆ ਰਾਈਟ ਆਫ ਪੀਸਫੁਲ ਅਸੈਂਬਲੀ ਜੋ ਇੰਟਰਨੈਸ਼ਨਲ ਕਵਨੈਂਟ ਦੇ ਅਧੀਨ ਦਰਜ ਆ, ਉਹ ਵੀ ਸਾਨੂੰ ਡਿਨਾਈ ਕੀਤੇ ਜਾਂਦੇ ਆ। ਜਦੋਂ ਸਿੱਖ ਮਜਾਰਿਆਂ 'ਤੇ ਬਹਿੰਦੇ ਆ, ਜਦੋਂ ਜੋ ਬੇਅਦਬੀ ਹੋਈ ਆ ਪੰਜਾਬ 'ਚ, ਅਤੇ ਸਿੱਖ ਉੱਥੇ ਪੀਸਫੁਲੀ ਬੈਠੇ ਸੀ ਅਤੇ ਉਹਨਾਂ 'ਤੇ ਗੋਲੀਆਂ ਚਲਾਈਆਂ ਜਾਂਦੀਆਂ। ਇਹ ਵੀ ਉਲੰਘਣਾ ਆ ਇੰਟਰਨੈਸ਼ਨਲ ਲਾਅ ਦਾ। ਫਰੀਡਮ ਆਫ ਐਸੋਸੀਏਸ਼ਨ, ਇਹ ਵੀ ICCPR ਦਾ ਬੁਨਿਆਦੀ ਹੱਕ ਆ। ਉੱਥੇ ਚੁੱਪ ਕਰਕੇ ਸਾਡੀਆਂ ਜਥੇਬੰਦੀਆਂ ਬੈਨ ਕਰ ਦਿੰਦੇ। ਇਹ ਕਾਹਦੀ ਫਰੀਡਮ ਆਫ ਐਸੋਸੀਏਸ਼ਨ ਰਹੀ ਆ ਉੱਥੇ? ਹੁਣ 40 ਸਾਲਾਂ ਬਾਅਦ ਵੀ ਹਜੇ ਵੀ ਬੈਨ ਕਰੀ ਜਾਂਦੇ ਆ। 6 ਫॉर ਜਸਟਿਸ ਬੈਨ ਕੀਤੀ ਹੋਈ ਸੀ, ਉਹਦੀ ਰੀਨਿਊ ਕੀਤੀ ਬੈਨ ਪਿਛਲੇ ਹਫ਼ਤੇ। ਕਿਉਂ? ਇਹ ਪੋਲੀਟੀਕਲ ਐਕਟ ਆ। ਇਹ ਕੋਈ ਕ੍ਰਿਮੀਨਲ ਚੀਜ਼ ਤਾਂ ਹੈ ਨਹੀਂ ਕਿ ਜਿਹੜਾ ਸਿੱਖ ਆਪਣੇ ਹੱਕ ਦੀ ਗੱਲ ਕਰਦਾ, ਕੋਈ ਕ੍ਰਿਮੀਨਲ ਚੀਜ਼ ਤਾਂ ਹੈ ਨਹੀਂ, ਪਰ ਇਹ ਕ੍ਰਿਮੀਨਲਾਈਜ਼ ਕਰ ਰਹੇ ਆ। ਰਾਈਟ ਟੂ ਕਲਚਰ, ਰਾਈਟ ਟੂ ਆਰ ਰਿਲੀਜਨ, ਜਿਹੜੇ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਹੜਾ ਸਮਾਨ ਚੱਕ ਕੇ ਲੈ ਗਏ ਸੀ 84 ਵਿੱਚ, ਉਹ ਅੱਜ ਤੱਕ ਨਹੀਂ ਮੋੜਿਆ। ਕਿਉਂ? ਇਹ ਅਟੈਕ ਹੈ, ਇਹ ਜੈਨੋਸਾਈਡ, ਕਲਚਰਲ ਜੈਨੋਸਾਈਡਲ ਅਟੈਕ ਹੈ ਸਾਡੇ 'ਤੇ। ਸੋ ਇਹ ਵੀ ਜ਼ਿਕਰ ਕੀਤਾ ਗਿਆ। ਅਤੇ ਅੰਤ ਵਿੱਚ ਇਸ ਰਿਪੋਰਟ ਨੇ ਇਹ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ, ਅਸੀਂ ਹਿਊਮਨ ਰਾਈਟਸ ਕਮੇਟੀ ਦੇ ਨਾਲ ਹਾਂ, ਅਸੀਂ ਵਰਲਡ ਵਾਈਡ ਹਿਊਮਨ ਰਾਈਟਸ ਕਮਿਊਨਿਟੀ ਦੇ ਨਾਲ ਹਾਂ। ਜਦੋਂ ਅਸੀਂ ਆਪਣੇ ਹੱਕ ਮੰਗਦੇ ਹਾਂ, ਅਸੀਂ ਪ੍ਰੋੜਤਾ ਕਰਦੇ ਹਾਂ ਹਿਊਮਨ ਰਾਈਟਸ ਕਮੇਟੀ ਦੀ, ਜਦੋਂ ਉਹ ਇੰਡੀਆ ਨੂੰ ਪੁੱਛਦੇ ਆ ਕਿ ਤੁਸੀਂ ਕਿਉਂ ਕਰ ਰਹੇ ਆ ਬ੍ਰੀਚ ICCPR 'ਤੇ। ਤਾਂ ਉਹਦਾ ਵੀ ਅਸੀਂ ਫਿਰ ਮਿਸਾਲ ਵੀ ਦਿੱਤਾ ਕਿ ਸਿੱਖ ਦਾ ਜੋ ਸਿੱਖ ਚਾਹੁੰਦਾ ਆ, ਸਿੱਖ ਚਾਹੁੰਦਾ ਆ ਕਿ ਰਾਜ ਹੋਵੇ ਪੰਜਾਬ ਵਿੱਚ ਹਲੇਮੀ ਰਾਜ, ਜਿਹਦੇ ਵਿੱਚ ਕਿਸੇ 'ਤੇ ਵੀ ਇਹੋ ਜਿਹੀਆਂ ਉਲੰਘਣਾ ਨਾ ਹੋਵੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਵੀ ਜ਼ਿਕਰ ਕੀਤਾ ਗਿਆ। ਔਰ ਜਦੋਂ ਪਿਛਲੇ 2 ਸਾਲ ਪਹਿਲਾਂ BBC ਹਿਸਟਰੀ ਵੱਲੋਂ ਇੱਕ ਸਰਵੇ ਕੀਤਾ ਗਿਆ ਦੁਨੀਆ ਭਰ ਵਿੱਚ, ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਨੂੰ ਚੁਣਿਆ ਗਿਆ ਐਜ਼ ਦ ਗ੍ਰੇਟੈਸਟ ਲੀਡਰ ਇਨ ਦ ਵਰਲਡ, ਕਿ ਦੁਨੀਆ ਵਿੱਚ, ਇਤਿਹਾਸ ਵਿੱਚ ਜਿਹੜਾ ਰਾਜਨੀਤਿਕ ਲੀਡਰ ਆ, ਉਹ ਸਭ ਤੋਂ ਵਧੀਆ ਮਹਾਰਾਜਾ ਰਣਜੀਤ ਸਿੰਘ ਸੀ। ਸੋ ਇਹ ਜਿਹੜਾ ਹਿਊਮਨ ਰਾਈਟਸ ਦਾ ਵਿਜ਼ਨ ਆ, ਉਹ ਪੇਸ਼ ਕੀਤਾ ਗਿਆ। ਅਤੇ ਇਹ ਸੀ ਆਪਣਾ ਰਿਪੋਰਟ ਦਾ ਥੋੜ੍ਹਾ ਜਿਹਾ ਟਾਈਮ ਮੈਂ ਜ਼ਿਆਦਾ ਲੈ ਗਿਆ। ਕੋਈ ਗੱਲ ਨਹੀਂ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮੇਰਾ ਹੁਣ ਅਗਲਾ ਕੁਐਸਚਨ ਜਿਹੜਾ ਮੇਰੇ ਕੋਲ ਇਸ ਵੇਲੇ ਹੈ ਭਾਈ ਜੋਗਾ ਸਿੰਘ ਜੀ ਤੁਹਾਡੇ ਤੋਂ ਹੈ ਕਿ ਇਹ 40ਵੀਂ ਸਾਲਗਿਰਾ ਹੈ ਜੋ ਕਿ ਸਿੱਖ ਜੈਨੋਸਾਈਡ ਦੀ ਅਤੇ ਆਪਰੇਸ਼ਨ ਬਲੂ ਸਟਾਰ ਦੀ। Do you think that this has been addressed adequately by the international community? Do you think this report addresses the void? ਮੇਰੇ ਖਿਆਲ ਦੇ ਵਿੱਚ ਜਿੰਨਾ ਦੁਨੀਆ ਨੂੰ ਇਹਦਾ ਨੋਟਿਸ ਲੈ ਕੇ ਭਾਰਤੀ ਸਰਕਾਰ 'ਤੇ ਪ੍ਰੈਸ਼ਰ ਪਾਉਣਾ ਚਾਹੀਦਾ ਸੀ, ਉਹ ਨਹੀਂ ਪਿਆ। 40 ਸਾਲ ਤੱਕ ਕਿਸੇ ਨੇ ਤਕਰੀਬਨ ਨੋਟਿਸ ਹੀ ਨਹੀਂ ਲਿਆ ਵੀ ਸਿੱਖ ਇੱਕ ਜ਼ੁਲਮ ਦਾ ਸ਼ਿਕਾਰ ਹੈ ਜਾਂ ਪੀੜੇ ਜਾ ਰਹੇ ਆ। ਜਦੋਂ ਪਿਛਲੇ 2 ਸਾਲ ਤੋਂ ਇੰਡੀਆ ਵਾਲਿਆਂ ਨੇ ਬਾਹਰ ਕਤਲੇਆਮ ਸ਼ੁਰੂ ਕੀਤਾ, ਤਾਂ ਸੰਸਾਰ ਭਰ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਪੱਖ ਨੂੰ ਸੁਣਨਾ ਸ਼ੁਰੂ ਕੀਤਾ, ਤਾਂ ਉਹਨੇ ਮੰਨਣਾ ਸ਼ੁਰੂ ਕੀਤਾ ਵਾਕਿਆ ਇਹ ਸੱਚ ਕਹਿ ਰਹੇ ਜਾਂ ਵਾਕਿਆ ਹੀ ਉੱਥੇ ਕੋਈ ਮਸਲਾ ਹੈ। ਬੇਸ਼ੱਕ ਦੀ ਪਹਿਲਾਂ ਇਹਨਾਂ ਨੂੰ ਪਤਾ ਤਾਂ ਸੀ, ਲੇਕਿਨ ਇਹਨਾਂ ਦੇ ਵਪਾਰਕ ਸੰਬੰਧਾਂ ਕਰਕੇ ਇਹ ਨਜ਼ਰਅੰਦਾਜ਼ ਕਰਦੇ ਆਪਾਂ ਕਹਿ ਲਈਏ। ਪਰ ਹੁਣ ਦੁਨੀਆ ਦੇ ਕਾਫੀ ਮੁਲਕਾਂ ਨੇ ਇਸ ਮਸਲੇ 'ਤੇ ਭਾਰਤ ਦਬਾਅ ਪਾਇਆ, ਜਿੱਦਾਂ ਸ਼ੁਰੂਆਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਵਾਲੇ ਸੁੱਤੇ ਨਹੀਂ, ਕੁਛ ਨਹੀਂ ਕੀਤਾ। ਇਹ ਤਾਂ ਤਕਰੀਬਨ ਇੰਡੀਆ ਦੇ ਹੱਕ 'ਚ ਭੁਗਤ ਰਹੇ ਆ ਜਿਹੜੇ ਇਹਨਾਂ ਦੀਆਂ ਪਾਲਿਸੀਆਂ। ਜਿਹੜੇ ਇੱਥੇ ਸਿੱਖ ਐਕਟਿਵਿਸਟ ਹੈ UK ਵਿੱਚ, ਉਹਨਾਂ ਨੂੰ ਇੰਡੀਆ ਦੇ ਕਹੇ 'ਤੇ ਇਹ ਨਜਾਇਜ਼ ਤੰਗ ਹੀ ਕਰ ਰਿਹਾ ਕਿਸਮ ਦਾ, ਅਤੇ ਐਵੇਂ ਵਾਧੂ ਪੁੱਛ ਪੜਤਾਲ ਕਰ ਰਹੇ। ਸੋ 40 ਸਾਲਾਂ ਬਾਅਦ ਮੈਨੂੰ ਖੁਸ਼ੀ ਹੋਈ ਕਿ ਆਪਾਂ ਨੂੰ ਮੌਕਾ ਮਿਲਿਆ। ਇਹ ਆਪਾਂ ਜਿਹੜੇ ਦੁਨੀਆ ਦੇ ਨੁਮਾਇੰਦੇ ਆ, ਮਨੁੱਖੀ ਅਧਿਕਾਰਾਂ ਦੀ ਕਮੇਟੀ ਦੇ ਜਿਹੜੇ ਮੈਂਬਰ ਆ, ਉਹਨਾਂ ਦੇ ਨਾਲ ਆਪਾਂ ਨੂੰ ਡਾਇਲੋਗ ਕਰਨ ਦਾ ਮੌਕਾ ਮਿਲਿਆ। ਔਰ ਜਿਹੜੇ ਉਹਨਾਂ ਨੇ ਸਵਾਲ ਪੁੱਛੇ ਭਾਰਤ ਦੇ ਨੁਮਾਇੰਦਿਆਂ ਨੂੰ, ਮੈਂ ਹੈਰਾਨ ਸੀ ਵੀ ਉਹਨਾਂ ਦੀ ਬਹੁਤ ਜ਼ਿਆਦਾ ਖੋਜ ਸੀ।
ਇੱਥੋਂ ਤੱਕ ਕਿ ਜਦੋਂ ਦੀ ਆ ਸਰਕਾਰ ਆਈ ਆ ਭਾਜਪਾ ਦੀ, ਵੀ ਇਹਦੇ ਵਿੱਚ ਕਿੰਨੇ ਪੱਤਰਕਾਰਾਂ ਦੇ ਕਤਲ ਹੋਏ, ਕਿੰਨੇ ਗੈਂਗਰੇਪ ਹੋਏ, ਕਿੰਨੇ ਲੋਕ ਜੇਲ੍ਹਾਂ 'ਚ ਬੈਠੇ ਜਿਨ੍ਹਾਂ ਦੇ ਕੇਸ ਜਿੰਨੀ ਸਜ਼ਾ ਹੁੰਦੀ ਹੋਣੀ ਆ ਉਦੋਂ ਜ਼ਿਆਦਾ ਜੇਲ੍ਹਾਂ ਸਮਾਂ ਉਹਨਾਂ ਦਾ ਬੀਤ ਗਿਆ। ਜਿਹੜੀ ਬੜੇ ਖੋਜ ਭਰਪੂਰ ਉਹਨਾਂ ਦੇ ਸਵਾਲ ਸੀ, ਔਰ ਜਿਹਦੇ ਜਦੋਂ ਮੈਂ ਜਵਾਬ ਸੁਣਿਆ ਮੈਂ ਹੈਰਾਨ ਸੀ। ਉਹ ਆਪਣਾ ਕਾਨੂੰਨ, ਆਪਣਾ ਜਿਹੜਾ ਉਹਨਾਂ ਦਾ ਕੌਨਸਟੀਟਿਊਸ਼ਨ ਆ ਉਹਦੇ ਵਿੱਚੋਂ ਪੜ੍ਹ ਕੇ ਸਾਡੀ ਕੌਨਸਟੀਟਿਊਸ਼ਨ ਦੇ ਵਿੱਚ ਆਇਆ ਤਾਂ ਉਹ ਸਵਾਲ ਪੁੱਛਣ ਵਾਲੇ ਕਹਿ ਰਹੇ ਸੀ ਵੀ ਪ੍ਰੈਕਟੀਕਲ ਤੌਰ 'ਤੇ ਸਾਨੂੰ ਇਹ ਦੱਸੋ, ਜਿਸ ਤਰ੍ਹਾਂ ਰਣਜੀਤ ਸਿੰਘ ਨੇ ਦੱਸਿਆ ਵੀ ਜਿਹੜਾ ਉਹਦਾ ਨੰਬਰ 1 ਪੁਆਇੰਟ ਆ ਉੱਤੇ ਉਹ ਕਹਿੰਦੇ ਅਸੀਂ ਅਜੇ ਵੀ ਸਾਈਨ ਕਰਨ ਨੂੰ ਤਿਆਰ ਨਹੀਂ ਹੈ, ਜਿਹੜੀ ਸੈਲਫ ਡਿਟਰਮੀਨੇਸ਼ਨ ਵਾਲੀ ਧਾਰਾ ਆ। ਸੋ ਇਸੇ ਤਰ੍ਹਾਂ ਉਹਨਾਂ ਨੂੰ ਕੋਈ ਠੋਸ ਜਵਾਬ ਨਹੀਂ ਆਇਆ ਸੀ। ਹਾਲਾਂਕਿ ਉਹਨਾਂ ਦੀ ਟੀਮ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਸੀ। ਮੈਂ ਹੈਰਾਨ ਸੀ ਇੰਨੀ ਵੱਡੀ ਟੀਮ ਦੇਖ ਕੇ ਵੀ। ਚਲੋ ਫਿਰ ਵੀ ਦੁਨੀਆ ਦੇ ਜਿਹੜੇ ਮਾਹਿਰ ਮਨੁੱਖੀ ਅਧਿਕਾਰਾਂ ਦੇ ਉਹਨੇ ਜਿਹੜੇ ਸਵਾਲ ਪੁੱਛੇ ਉਹ ਸੁਣ ਕੇ ਖੁਸ਼ੀ ਹੋਈ ਵੀ ਇਹ ਤੋਂ ਇਲਾਵਾ ਇਕੱਲੇ ਅਸੀਂ ਸਿੱਖਾਂ ਵੱਲੋਂ ਨਹੀਂ ਗਏ ਸੀ, ਇੰਡੀਆ ਦੇ ਵਿੱਚੋਂ, ਬੰਗਾਲ ਦੇ ਵਿੱਚੋਂ ਜਾਂ ਹੋਰ ਇਲਾਕਿਆਂ 'ਚੋਂ ਵੀ ਕੁਝ ਨੁਮਾਇੰਦੇ ਆਏ ਸੀਗੇ ਜਿਹੜੇ ਇਸ ਤਰ੍ਹਾਂ ਦੇ ਕੇਸਾਂ ਦੀ ਗੱਲ ਕਰਦੇ ਸੀ। ਖਾਸ ਕਰਕੇ ਮਨੀਪੁਰ, ਅਸਾਮ, ਇਹਨਾਂ ਇਲਾਕਿਆਂ ਦੇ, ਨਾਗਾਲੈਂਡ, ਇਹਨਾਂ ਇਲਾਕਿਆਂ ਦੇ ਵੀ ਨੁਮਾਇੰਦੇ ਆਏ ਸੀ ਜਿਨ੍ਹਾਂ ਨੇ ਇਹਦੇ ਬਾਰੇ ਸਵਾਲ ਪੁੱਛੇ ਜਾਂ ਕਿੱਥੇ ਕਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ। ਇੱਥੋਂ ਤੱਕ ਕਿ ਫੌਜੀਆਂ ਨੇ ਕਿੰਨੇ ਨਜਾਇਜ਼ ਕਤਲ ਕੀਤੇ, ਉਹਨਾਂ 'ਤੇ ਕੇਸ ਚੱਲੇ ਕਿ ਨਹੀਂ ਚੱਲੇ, ਪੁਲਿਸ ਵਾਲਿਆਂ ਨੇ ਕਿੰਨੇ ਰੇਪ ਨਜਾਇਜ਼ ਕੀਤੇ, ਰੇਪ ਤਾਂ ਸਾਰੇ ਨਜਾਇਜ਼ ਹੀ ਹੁੰਦੇ ਆ, ਜਿੰਨੇ ਰੇਪ ਕੀਤੇ ਉਹਨਾਂ 'ਤੇ ਕੇਸ ਕਿੰਨਿਆਂ 'ਤੇ ਚੱਲੇ ਜਾਂ ਕਿੰਨਿਆਂ ਨੂੰ ਸਜ਼ਾ ਹੋਈ। ਇੱਥੋਂ ਤੱਕ ਕਿ ਕਹਿੰਦੇ ਸੁਪਰੀਮ ਕੋਰਟ ਨੇ ਜਦੋਂ ਗੌਰਮੈਂਟ ਨੂੰ ਕੋਈ ਹਦਾਇਤ ਦਿੱਤੀ ਆ, ਗੌਰਮੈਂਟ ਨੇ ਕਈ ਵਾਰੀ ਉਹ ਵੀ ਹਦਾਇਤਾਂ ਫੋਲੋ ਨਹੀਂ ਕੀਤੀਆਂ। ਤਾਂ ਸੋ ਇਸ ਤਰ੍ਹਾਂ ਦੇ ਸਵਾਲ ਸੀ। ਖੁਸ਼ੀ ਹੋਈ। ਅਤੇ ਮੈਂ ਆਪਣੀ ਸਾਰੀ ਸਿੱਖ ਕਮਿਊਨਿਟੀ ਨੂੰ ਇਨਕਰੇਜ ਕਰਦਾ, ਬੇਨਤੀ ਕਰਦਾ ਕਿ ਆਪਾਂ ਮੁਜ਼ਾਹਰੇ ਕਰਦੇ ਹਾਂ, ਬਹੁਤ ਵਧੀਆ, ਆਪਣਾ ਫਰਜ਼ ਬਣਦਾ ਤਾਂ ਆਪਾਂ ਕਰਨੇ ਵੀ, ਅੱਗੇ ਵੀ ਕਰਦੇ ਆਏ ਹਾਂ, ਪਰ ਮੁਜ਼ਾਹਰਿਆਂ ਦੇ ਨਾਲ ਖਾਲਿਸਤਾਨ ਦੇ ਨਾਅਰੇ ਲਾਉਣ ਦੇ ਨਾਲ ਆਹ ਜਿਹੜੀ ਫੀਲਡ ਆ ਇਹਦੇ ਵਿੱਚ ਵੀ ਆਪਣਾ ਪੂਰਾ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਜੇ ਇੱਥੇ ਆਪਣੀ ਪ੍ਰਤੀਨਿਧਤਾ ਸਹੀ ਢੰਗ ਨਾਲ ਨਹੀਂ ਹੁੰਦੀ, ਜਿੱਥੇ ਆਪਾਂ ਗੱਲ ਪਹੁੰਚਾਉਣੀ ਚਾਹੁੰਦੇ ਉੱਥੇ ਨਹੀਂ ਪਹੁੰਚਦੀ, ਫਿਰ ਆਪਣੇ ਜਿਹੜਾ ਸਕਸੈਸ ਆ ਉਹਦੀ ਜਿਹੜੀ ਸਪੀਡ ਆ ਬਹੁਤ ਸਲੋ ਆ। ਸੋ ਜਿੱਥੇ ਆਪਾਂ ਬਾਕੀ ਪ੍ਰੋਟੈਸਟ ਕਰਦੇ ਹਾਂ, ਹੋਰ ਸਾਰਾ ਕੁਝ ਕਰਦੇ ਹਾਂ, ਆਪਾਂ ਉਹ ਕਰਨਾ ਮੈਂ ਫੇਵਰ 'ਚ ਵੀ ਹਾਂ, ਆਪਾਂ ਔਰਗਨਾਈਜ਼ ਵੀ ਕਰਦੇ ਹਾਂ। ਉਹਦੇ ਨਾਲ ਜਿਹੜੇ ਆਪਣੇ ਕਮਿਊਨਿਟੀ 'ਚ ਪੜ੍ਹੇ ਲਿਖੇ ਵਕੀਲ ਆ ਜਾਂ ਨੌਜਵਾਨ ਆ ਜਾਂ ਇਸ ਫੀਲਡ ਦੇ ਜਿਹੜੇ ਮਾਹਿਰ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ, ਇਨਕਰੇਜ ਕਰਦਾ ਕਿ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ, ਇਸ ਤਰ੍ਹਾਂ ਦੇ ਹਿਊਮਨ ਰਾਈਟਸ ਦੇ ਜਿਹੜੀਆਂ ਕਨਵੈਨਸ਼ਨ ਹੁੰਦੀਆਂ ਜਾਂ ਉੱਥੇ ਪ੍ਰੋਗਰਾਮ ਹੁੰਦੇ ਆ, ਇੱਥੇ ਜਾਓ ਤਾਂ ਨਾਲੇ ਤਾਂ ਆਪਾਂ ਪਤਾ ਲੱਗਦਾ ਆ, ਨਾਲੇ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਨਾਲ ਤੁਹਾਡੀ ਗੱਲਬਾਤ ਵੀ ਹੁੰਦੀ ਆ। ਸਾਨੂੰ ਵੀ ਕਈਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਆਪਾਂ ਸਿੱਖਦੇ ਹਾਂ ਵੀ ਉਹ ਕਿੱਦਾਂ ਕੰਮ ਕਰਦੇ ਆ, ਉਹਨਾਂ ਦਾ ਮੈਕੈਨਿਜ਼ਮ ਕੀ ਆ, ਆਪਾਂ ਕਿਸ ਤਰੀਕੇ ਨਾਲ ਆਪਣੀ ਗੱਲ ਉੱਥੇ ਤੱਕ ਪਹੁੰਚਾ ਸਕਦੇ ਹਾਂ। ਸੋ ਬਹੁਤ ਵਧੀਆ ਲੱਗਾ। ਸੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਿਹਨਤ ਕਰਕੇ ਇਹ ਪ੍ਰੋਗਰਾਮ ਲਿਖਿਆ ਅਤੇ ਸਾਨੂੰ ਸਾਰਿਆਂ ਨੂੰ ਉੱਥੇ ਨਾਲ ਜਾ ਕੇ ਧੰਨਵਾਦੀ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਨੈਕਸਟ ਕੁਐਸਚਨ ਜਿਹੜਾ ਮੇਰੇ ਕੋਲ ਹੈਗਾ ਉਹ ਗੁਰਪ੍ਰੀਤ ਸਿੰਘ ਜੀ ਤੁਹਾਡੇ ਤੋਂ ਹੈ ਕਿ ਤੁਸੀਂ ਯੂਨਾਈਟਿਡ ਨੇਸ਼ਨ ਦੀ ਵਾਟਰ ਕਾਨਫਰੰਸ ਅਟੈਂਡ ਕੀਤੀ ਸੀ ਨਿਊਯਾਰਕ ਦੇ ਵਿੱਚ। Do you think UNHRC has addressed that? And do you think WSP's report to the UNHRC addresses it? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ 24 ਪੰਨਿਆਂ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚੋਂ ਇੰਟਰਨੈਸ਼ਨਲ ਰਿਪੇਰੀਅਨ ਰਾਈਟਸ ਦੀ ਹੱਕ ਦੀ ਗੱਲ ਹੋਈ ਆ ਕਿ ਜਿਹੜਾ ਪੰਜਾਬ ਦਾ ਆਰਟੀਕਲ 1 ਅੰਡਰ ਵੀ ਆਉਂਦੀ ਹੈ ਗੱਲ ਇਹ, ਅਤੇ ਹੋਰ ਆਰਟੀਕਲਾਂ ਅੰਡਰ ਵੀ ਆ ਜਾਂਦੀ, ਆਰਟੀਕਲ 6 ਅੰਡਰ ਵੀ ਆ ਜਾਂਦੀ ਹੈ ਗੱਲ, ਦ ਰਾਈਟ ਟੂ ਲਾਈਫ। ਕਿਉਂਕਿ ਜਿਹੜਾ ਪਾਣੀ ਆ ਗੁਰਮੁਖੀ ਆਧਾਰ ਦੇ ਉੱਤੇ ਮਹਾਰਾਜ ਕਹਿੰਦੇ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ। ਉਹਦੇ ਆਰਟੀਕਲ 6 ਅੰਡਰ ਦ ਰਾਈਟ ਟੂ ਲਾਈਫ ਦੇ ਵਿੱਚ ਵੀ ਪਾਣੀ ਦੀ ਗੱਲ ਰਿਪੇਰੀਅਨ ਰਾਈਟਸ ਦੀ ਆ ਜਾਂਦੀ ਆ।
ਇੰਟਰਨੈਸ਼ਨਲ ਵਾਟਰ ਕਾਨਫਰੰਸ ਦੇ ਵਿੱਚ ਜਿਹੜਾ ਨਿਊਯਾਰਕ ਦੇ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਟਰਸ ਦੇ ਵਿੱਚ ਹੋਇਆ ਸੀਗਾ, ਉੱਥੇ ਇਹ ਗੱਲ ਹੋਈ ਸੀਗੀ ਕਿ ਸਭ ਤੋਂ ਦੁਨੀਆ ਦੇ ਵਿੱਚੋਂ ਜਿਹੜੀ ਇੱਕ ਜਿਹੜਾ ਮੁਲਕ ਆ ਜਿਹੜਾ ਵਾਟਰ ਐਕਸਟ੍ਰੈਕਸ਼ਨ ਕਰਦਾ ਆ ਸਭ ਤੋਂ ਹਾਈਐਸਟ ਰੇਟ ਦੇ ਵਿੱਚ, ਉਹ ਹੈਗਾ ਭਾਰਤ। ਅਤੇ ਜੇ ਪਿਛਲੇ 5 ਸਾਲਾਂ ਦੀਆਂ ਗਰਾਊਂਡ ਵਾਟਰ ਰਿਪੋਰਟਸ ਤੁਸੀਂ ਪੜ੍ਹੋ, ਪੂਰੇ ਭਾਰਤ ਵਿੱਚੋਂ ਪੰਜਾਬ ਪਹਿਲੇ ਨੰਬਰ 'ਤੇ ਆ। 169 ਐਕਸਟ੍ਰੈਕਸ਼ਨ ਰੇਟ ਪਿਛਲੇ ਸਾਲ ਦਾ, ਉਸ ਤੋਂ ਪਹਿਲਾਂ 174% ਐਕਸਟ੍ਰੈਕਸ਼ਨ ਰੇਟ। ਅਤੇ ਇਹਦਾ ਮਤਲਬ ਇਹੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਪੰਜਾਬ ਪਹਿਲੇ ਨੰਬਰ 'ਤੇ ਆ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਰੇਟ ਦੇ ਵਿੱਚ। ਮੈਂ ਇੱਕ ਵਾਰੀ ਫਿਰ ਗੱਲ ਇਹ ਦੁਹਰਾਉਂਦਾ, ਪੂਰੀ ਦੁਨੀਆ ਦੇ ਵਿੱਚ ਪੰਜਾਬ ਪਹਿਲੇ ਨੰਬਰ 'ਤੇ ਆ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਰੇਟ ਦੇ ਵਿੱਚ। ਹੁਣ ਕਿਉਂ ਪੰਜਾਬ ਕਿਉਂ ਮਜਬੂਰ ਆ ਪੰਜਾਬ ਦਾ ਹੇਠਲਾ ਪਾਣੀ ਕੱਢਣ ਤੋਂ? ਕਿਉਂਕਿ ਪੰਜਾਬ ਦਾ ਜਿਹੜਾ ਦਰਿਆਵੀ ਪਾਣੀ ਆ ਉਹਦਾ ਮੁੱਖ ਮੋੜ ਕੇ ਹੋਰ ਰਾਜਾਂ ਨੂੰ ਦਿੱਤਾ ਗਿਆ, ਹੋਰ ਸਟੇਟਾਂ ਨੂੰ ਦਿੱਤਾ ਗਿਆ, ਅਤੇ ਪੰਜਾਬ ਜਿਹੜੀ ਸਿੰਚਾਈ ਕਰਦਾ ਉਹਨੂੰ ਸਿੰਚਾਈ ਫਿਰ ਆਪਣੀ ਨਹਿਰੀ ਸਿੰਚਾਈ ਤੋਂ, ਦਰਿਆਵੀ ਸਿੰਚਾਈ ਤੋਂ ਉਹ ਟਿਊਬਵੈੱਲ ਸਿੰਚਾਈ ਕਰਨੀ ਪਈ। ਉਹਦੇ ਕਰਕੇ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਆ ਉਹਦੇ ਆਰਟੀਕਲਸ ਦੇ ਵਿੱਚ ਆਰਟੀਕਲ ਤੁਸੀਂ ਕਹਿ ਸਕਦੇ ਆ ਆਰਟੀਕਲ 1 ਦੇ ਵਿੱਚ ਵੀ ਆ ਜਾਂਦੀ ਆ, ਆਰਟੀਕਲ 6 ਦੇ ਵਿੱਚ ਵੀ ਆਉਂਦੀ ਆ, ਪਰ ਹੋਰ ਜਿਹੜੇ ਆਰਟੀਕਲ ਇਨਵਾਇਰਮੈਂਟਲ ਆਰਟੀਕਲਸ ਆ ਜਾਂ ਹੋਰ ਆਰਟੀਕਲਸ ਆ ਉਹਨਾਂ ਦੇ ਵਿੱਚ ਵੀ ਸਾਰੀ ਗੱਲ ਆ ਜਾਂਦੀ ਆ। ਜਿਹੜੀ ਸਾਡੀ ਰਿਪੋਰਟ ਆ ਆਪਣੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਈ ਰਣਜੀਤ ਸਿੰਘ ਨੇ ਜਿਹੜੀ ਪੇਸ਼ ਕੀਤੀ, ਇਹਦੇ ਵਿੱਚ ਪੰਜਾਬ ਦੀ ਗੱਲ, ਪਾਣੀਆਂ ਦੀ ਗੱਲ ਹੋਈ ਆਰਟੀਕਲ 1 ਅੰਡਰ, ਅਤੇ ਇਹ ਗੱਲ ਉਹਨਾਂ ਤੱਕ ਦੁਹਰਾਈ ਗਈ ਕਿ ਜਿਹੜਾ ਪੰਜਾਬ ਦਾ ਪਾਣੀਆਂ ਦਾ ਹੱਕ ਆ ਉਹ ਪੰਜਾਬ ਦਾ ਅਧਿਕਾਰ ਆ, ਅਤੇ ਉਹ ਪੰਜਾਬ ਨੂੰ ਮੁੜ ਕੇ ਵਾਪਸ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਮੇਰਾ ਨੈਕਸਟ ਕੁਐਸਚਨ ਹੈ ਜੀ, ਆਪਣਾ ਅਮਰੀਕ ਸਿੰਘ ਸਹੋਤਾ ਜੀ, ਤੁਸੀਂ ਇਹਦਾ ਆਨਸਰ ਦੇ ਸਕਦੇ ਹੋ ਕਿ ਇੱਕ ਪਾਸੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਕਿ ਫਿਜ਼ੀਕਲੀ ਕਹਿ ਲਓ ਹੋ ਰਿਹਾ, ਫੈਕਚੁਅਲੀ ਹੋ ਰਿਹਾ, US ਕੈਨੇਡਾ UK ਪਾਕਿਸਤਾਨ ਇਹਨਾਂ ਦੇ ਵਿੱਚ ਹੋਇਆ, ਦੂਸਰੇ ਪਾਸੇ ਇੱਕ ਸਿੱਖਾਂ ਦੀ ਡੈਫੇਮੇਸ਼ਨ ਅਤੇ ਜਿਹੜਾ ਸਿੱਖ ਐਕਟਿਵਿਸਟ ਨੂੰ ਡੀਮਨਾਈਜ਼ ਕਰਨਾ, ਇਹ ਵੀ ਇੱਕ ਤਰੀਕੇ ਦਾ ਇੱਕ ਜਿਹੜਾ ਇੱਕ ਪੈਟਰਨ ਚੱਲ ਰਿਹਾ, ਕਿਉਂਕਿ ਤੁਸੀਂ ਖੁਦ ਰੀਸੈਂਟਲੀ ਇਸ ਪੈਟਰਨ ਦਾ ਸ਼ਿਕਾਰ ਹੋਏ ਔਰ ਤੁਸੀਂ ਫਾਈਟ ਵੀ ਕੀਤਾ। ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ, ਔਰ ਕੀ ਇਹ ਰਿਪੋਰਟ ਵੀ ਇਸ ਟ੍ਰੈਂਡ ਦਾ ਹਵਾਲਾ ਦਿੰਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਸਿੰਘ ਜੀ, ਜਿਹੜੀ ਆਹ ਆਪਣੀ ਇੱਕ ਪਹਿਲ ਕਦਮੀ ਆ ਯੂਨਾਈਟਿਡ ਨੇਸ਼ਨ ਦੇ ਵਿੱਚ ਜਾ ਕੇ ਆਪਣਾ ਕੇਸ ਪੁੱਟ ਕਰਨਾ, ਇੱਕ ਬਹੁਤ ਵੱਡੀ ਅਚੀਵਮੈਂਟ ਵਾ, ਕਿਉਂਕਿ ਜਿੰਨਾ ਚਿਰ ਅਸੀਂ ਬਾਹਰਲੇ ਮੁਲਕਾਂ ਨੂੰ ਅਸੀਂ ਦੱਸਦੇ ਨਹੀਂ ਕਿ ਸਾਡੇ ਨਾਲ ਕੀ ਹੋ ਰਿਹਾ, ਕਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਸਾਨੂੰ ਡੀਮਨਾਈਜ਼ ਕਰ ਰਹੀ ਆ, ਸਾਨੂੰ ਟੈਰਰਿਸਟ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਹੀ, ਉਹ ਦਰਸਾ ਰਹੇ ਆ। ਉਹ ਜਿਸ ਵੇਲੇ ਅਸੀਂ ਮੁਜ਼ਾਹਰੇ ਕਰਨ ਜਾਂਦੇ ਹਾਂ, ਉਹਨਾਂ ਦੇ ਵਿੱਚ ਹੁੱਲੜਬਾਜ਼ ਜਿਹੜੇ ਆ ਕੁਛ ਆ ਕੇ ਉਹਨਾਂ ਦਾ ਨਾਂ ਲੈ ਕੇ ਉਹ ਸਾਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੇ ਆ ਕਿ ਵੀ ਆਰ ਦ ਟੈਰਰਿਸਟਸ, ਜਿਹਦੇ ਨਾਲ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਆ ਕਿ ਮੇਰਾ ਕੇਸ ਹੋਇਆ, ਅਸੀਂ 26 ਜਨਵਰੀ ਨੂੰ ਜਾ ਕੇ ਉੱਥੇ ਪ੍ਰੋਟੈਸਟ ਕੀਤਾ, ਰਣਜੀਤ ਸਿੰਘ ਅਤੇ ਅਸੀਂ ਹੋਰ ਵੀ ਸੀ। ਉਹ ਪ੍ਰੋਟੈਸਟ ਦੇ ਵਿੱਚ ਕਰਨ ਦੇ ਨਾਲ ਉਹਨਾਂ ਨੇ ਫਿਰ ਇੱਕ ਟੈਲੀਵਿਜ਼ਨ 'ਤੇ ਪ੍ਰੋਗਰਾਮ ਕੀਤਾ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਟੈਰਰਿਸਟ ਪੇਸ਼ ਕੀਤਾ ਕਿ ਇਹ ਪੈਸੇ ਦੀ ਖਾਤਰ ਚਾਹੇ ਕੋਈ ਸਰਕਾਰ ਹੋਵੇ ਉਹਦੇ ਨਾਲ ਇਹ ਰਲ ਕੇ ਚੱਲਦਾ। ਅਤੇ ਜਿਹੜਾ ਫਿਰ ਉਹ ਕੋਰਟ ਕੇਸ ਹੋਇਆ, ਉਹ ਤਕਰੀਬਨ 3-4 ਸਾਲ ਸਾਡੇ ਲੱਗੇ, ਲੇਕਿਨ ਜੱਜ ਨੇ ਉਹ ਕਲੈਰੀਫਾਈ ਕਰ ਦਿੱਤਾ ਕਿ there was no problem with me, I haven't done anything wrong, it is the Indian government's way of keeping the Sikhs away from the protestings,
ਤਾਂ ਕਿ ਉਹ ਜਾ ਕੇ ਉਹਨਾਂ ਨੂੰ ਨੰਗੇ ਨਾ ਕਰ ਸਕਣ। ਜਿਹੜੇ ਉਹ ਅੰਦਰ ਖਾਤੇ ਸਾਰੇ ਸਿੱਖਾਂ ਨੂੰ ਬਲੇਮ ਕਰਕੇ ਇਹ ਕਹਿ ਕੇ ਇਹ ਟੈਰਰਿਸਟ ਵਾ, ਉਹਨਾਂ ਨੂੰ ਫਿਰ ਇਹ ਵੀ ਕਿਹਾ ਜਾਂਦਾ ਕਿ ਸਾਡੇ ਨਾਲ ਜਿਹੜੇ ਕੁਛ ਬੰਦੇ ਜਾਂਦੇ ਆ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਪੰਜਾਬ ਦੇ ਵਿੱਚ ਵਾ ਅਤੇ ਤੁਸੀਂ ਵਾਪਸ ਵੀ ਜਾਣਾ। ਜਿਸ ਵੇਲੇ ਤੁਸੀਂ ਜਾਣਾ ਤਾਂ ਆਹ ਜਿਹੜੀਆਂ ਤੁਹਾਡੀਆਂ ਫੋਟੋ ਆ ਨਾ ਮੀਡੀਆ ਦੇ ਵਿੱਚ ਆਉਂਦੀਆਂ, ਇਹਨਾਂ 'ਤੇ ਵੀ ਨੁਕਤਾਚੀਨੀ ਹੋਣੀ ਆ ਅਤੇ ਤੁਹਾਡੇ 'ਤੇ ਪ੍ਰੋਬਲਮ ਹੋਣਾ। ਸੋ ਇਟਸ ਨਾਟ ਜਸਟ ਦੀ ਐਕਟਿਵਿਸਟ, all the other sympathizers or your supporters, they are being targeted. And that is very important for us to tell the world what the Indian government is doing. And it is quite clear over the 40 years, 1984 ਦੇ ਵਿੱਚ ਜਦ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਹਿੰਦੁਸਤਾਨ ਦੀ ਸਰਕਾਰ ਨੇ, ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਮੁਲਕ ਨਹੀਂ ਹੈ ਜਿਹਨੇ ਆਪਣੀ ਪਾਪੂਲੇਸ਼ਨ 'ਤੇ ਅਟੈਕ ਕੀਤਾ ਹੋਵੇ ਆਪਣੀ ਮਿਲਟਰੀ ਦੇ ਨਾਲ। ਉਹ ਸਾਡੀ ਰਾਖੀ ਕਰਨ ਲਈ ਆ, ਲੇਕਿਨ ਉਹ ਸਿੱਖਾਂ ਨੂੰ ਮਲੀਆ ਮੇਟ ਕਰਨਾ ਚਾਹੁੰਦੀ ਆ। ਔਰ ਦੇਖੋ ਕਿ ਜਿਹੜੇ ਬੰਦੇ ਅੰਮ੍ਰਿਤਪਾਲ ਸਿੰਘ, ਜਿਸ ਇਨਸਾਨ ਨੇ ਡਰੱਗਾਂ ਤੋਂ ਨਸ਼ਿਆਂ ਤੋਂ ਛਡਾਉਣ ਦਾ ਕੰਮ ਕੀਤਾ, ਉਹਨੂੰ ਚੱਕ ਕੇ ਇਹਨਾਂ ਨੇ ਅੰਦਰ ਕਰ ਦਿੱਤਾ ਔਰ ਉਹਦੀ ਆਵਾਜ਼ ਵੀ ਨਹੀਂ। ਸੋ ਇਸ ਕਰਕੇ ਆਹ ਸਾਡੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਸੀ ਔਰ ਵੀ ਫੀਲ ਕਿ ਅਸੀਂ ਬਹੁਤ ਵੱਡੀ ਅਚੀਵਮੈਂਟ ਕੀਤੀ ਆ। ਔਰ ਅਸੀਂ ਅਪੀਲ ਕਰਦੇ ਹਾਂ ਕਿ ਬਾਕੀ ਵੀ ਸਾਰੇ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਇੰਟਰਨੈਸ਼ਨਲ ਲੋ ਦੇ ਹਿਸਾਬ ਦੇ ਨਾਲ ਅਸੀਂ ਆਪਣਾ ਹੱਕ ਮੰਗਣਾ, ਔਰ ਹੱਕ ਮੰਗਣ ਤੋਂ ਅਸੀਂ ਡਰਦੇ ਨਹੀਂ। ਹੱਕ ਜ਼ਰੂਰ ਮੰਗਣਾ ਪਰ ਪੀਸਫੁਲੀ। ਅਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ, ਉਹ ਇਹ ਆ ਕਿ ਜਿਹੜਾ ਰੈਫਰੈਂਡਮ ਹੋ ਰਿਹਾ ਨਾ, ਉਹਨੇ ਸਾਨੂੰ ਬਹੁਤ ਵੱਡੀ ਅਚੀਵਮੈਂਟ ਕਰਕੇ ਦਿੱਤੀ ਆ। ਕਿਉਂਕਿ ਸਾਡੇ 'ਤੇ ਇਹ ਕਹਿ ਦਿੰਦੇ ਸੀ ਕਿ ਇਹ ਮੁੱਠੀ ਭਰ ਵਾ, ਜਿਹੜੇ ਲੋਕ ਜਿਹੜੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ, ਇਹਨਾਂ ਦੀ ਕੋਈ ਗੱਲ ਨਹੀਂ। ਲੇਕਿਨ ਰੈਫਰੈਂਡਮ ਨੇ ਸਾਰੀ ਦੁਨੀਆ ਦੇ ਵਿੱਚ ਇਹ ਦੱਸ ਦਿੱਤਾ ਵੀ ਸਿੱਖ ਜਿਹੜੇ ਆ ਉਹ ਆਪਣਾ ਘਰ, ਆਪਣਾ ਇੰਡੀਪੈਂਡੈਂਟ ਖਾਲਿਸਤਾਨ ਚਾਹੁੰਦੇ ਆ ਔਰ ਉਹਨਾਂ ਨੇ ਉਹ ਲੈ ਕੇ ਹਟਣਾ, ਚਾਹੇ ਕੁਛ ਵੀ ਹੋ ਜਾਵੇ। ਇੰਨੇ ਸ਼ਬਦਾਂ ਨਾਲ ਅਗਰ ਮੈਂ ਕੋਈ ਗਲਤ ਸ਼ਬਦ ਕਹਿ ਗਿਆ ਹਾਂ, ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਮੇਰੇ ਕੋਲ ਹੁਣ ਤਕਰੀਬਨ 7 ਕੁਐਸਚਨਸ ਨੇ। ਮੈਂ ਬੇਨਤੀ ਕਰਦਾ ਆਪਣੇ ਸਾਰੇ ਸਪੀਕਰਸ ਨੂੰ ਕਿ ਆਪਾਂ ਪਲੀਜ਼ ਕੁਐਸਚਨ ਦੇ ਐਂਬਿਟ 'ਤੇ ਸਟਿਕ ਕਰਦੇ ਹੋਏ ਕੋਸ਼ਿਸ਼ ਕਰੀਏ ਵੀ ਆਪਣਾ ਸਵਾਲ 2-3 ਮਿੰਟਾਂ 'ਚ ਸੀਮਿਤ ਕਰੀਏ। ਸੋ ਜਿਹੜਾ ਨੈਕਸਟ ਕੁਐਸਚਨ ਹੈ ਜੀ ਮੇਰੇ ਕੋਲ, ਉਹ ਇਹ ਇਸ ਤਰੀਕੇ ਨਾਲ ਹੈ ਕਿ ਜਿਹੜਾ ਪੀਰੀਓਡਿਕ ਰਿਵਿਊ ਹੈ ਇੰਡੀਆ ਦਾ, ਉਹ 2022 ਦੇ ਵਿੱਚ ਹੋਇਆ ਸੀ। ਹਾਊ ਇਜ਼ ਦਿਸ UN HRC ਰਿਵਿਊ ਡਿਫਰੈਂਟ ਫਰੋਮ ਦੈਟ? ਹਾਂਜੀ ਸਰਾਏ ਸਾਹਿਬ, ਤੁਸੀਂ ਦੇਣਾ ਚਾਹੋਗੇ ਇਹਦਾ ਜਵਾਬ? ਹਾਂਜੀ ਮਨਪ੍ਰੀਤ ਸਿੰਘ, ਜਿਸ ਪ੍ਰੋਸੈਸ ਵਿੱਚ ਆਪਣੀ ਸ਼ਮੂਲੀਅਤ ਕੀਤੀ ਆ ਇਸ ਹਫ਼ਤੇ ਜਨੀਵਾ ਵਿੱਚ, ਉਹ UPR ਯੂਨੀਵਰਸਲ ਪੀਰੀਓਡਿਕ ਰਿਵਿਊ ਤੋਂ ਅਲੱਗ ਆ, ਬਿਲਕੁਲ ਅਲੱਗ। ਕਈਆਂ ਨੂੰ ਭੁਲੇਖਾ ਪੈ ਜਾਂਦਾ, ਚਲੋ, ਪਰ ਯੂਨੀਵਰਸਲ ਪੀਰੀਓਡਿਕ ਰਿਵਿਊ ਸੈਪਰੇਟ ਰਿਵਿਊ ਆ। ਉਹ ਹਿਊਮਨ ਰਾਈਟਸ ਕਾਉਂਸਲ ਵੱਲੋਂ ਕੀਤੀ ਜਾਂਦੀ ਆ, ਨਾਟ ਹਿਊਮਨ ਰਾਈਟਸ ਕਮੇਟੀ। ਔਰ ਇੰਡੀਆ ਦਾ ਰਿਵਿਊ ਯੂਨੀਵਰਸਲ ਪੀਰੀਓਡਿਕ ਰਿਵਿਊ 2022 ਵਿੱਚ ਹੋਇਆ। ਸੋ ਸੈਪਰੇਟ, ਬਿਲਕੁਲ ਅਲੱਗ ਚੀਜ਼ ਆ। ਪਰ ਇਹਦੇ ਵਿੱਚ ਇਹ ਸਵਾਲ ਬੜਾ ਅੱਛਾ, ਕਿਉਂਕਿ ਜਿਹੜਾ ਹਿਊਮਨ ਰਾਈਟਸ ਕਮੇਟੀ ਆ ਨਾ, ਜਿਹਦੇ ਵਿੱਚ ਆਪਾਂ ਸ਼ਮੂਲੀਅਤ ਕੀਤੀ ਆ ਜੋ ਉਸ ਪ੍ਰੋਸੈਸ ਵਿੱਚ, ਇਹਦੀ ਅਹਿਮੀਅਤ ਕਿਤੇ ਜ਼ਿਆਦਾ ਆ। UPR ਯੂਨੀਵਰਸਲ ਪੀਰੀਓਡਿਕ ਰਿਵਿਊ ਜਿਹੜਾ ਇੰਡੀਆ ਦਾ ਹੋਇਆ 2022 ਵਿੱਚ, ਉਹ ਹਿਊਮਨ ਰਾਈਟਸ ਕਾਉਂਸਲ ਵੱਲੋਂ ਕੀਤੀ ਜਾਂਦੀ ਆ। ਔਰ ਜਿਹੜੀ ਹਿਊਮਨ ਰਾਈਟਸ ਕਾਉਂਸਲ ਹੈ ਉਹ ਪੋਲੀਟੀਸਾਈਜ਼ਡ ਬੋਡੀ ਆ। ਉੱਥੇ ਮੁਲਕ ਜਾ ਕੇ ਵੋਟਾਂ ਪਾਉਂਦੇ ਆ, ਉੱਥੇ ਸੌਦਾਬਾਜ਼ੀ ਜਿਹੜਾ ਚੱਲਦਾ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਉਹ ਗਿਣਦਾ, ਉਹ ਗਿਣਤੀ 'ਚ ਆਉਂਦੀ ਚੀਜ਼। ਸੋ ਜਿਹੜਾ ਇਸ ਰਿਵਿਊ ਵਿੱਚ ਆਪਾਂ ਸ਼ਾਮਲ ਹੋਏ ਹਾਂ, under the 1966 Covenant on Civil and Political Rights, ਜੋ ਹਿਊਮਨ ਰਾਈਟਸ ਕਮੇਟੀ
ਦਾ ਰਿਵਿਊ ਹੁੰਦਾ 18 ਹਿਊਮਨ ਰਾਈਟਸ ਐਕਸਪਰਟਸ ਬਿਲਕੁਲ ਨੋਨ ਪੋਲੀਟੀਕਲ ਪ੍ਰੋਸੈਸ ਆ ਇਹ ਐਕਸਪਰਟ ਹਿਊਮਨ ਰਾਈਟਸ ਦੇ ਜਿਹੜੇ ਮਾਹਿਰ ਆ ਨਾ ਉਹ ਕਰਾਉਂਦੇ ਆ ਰਿਪੋਰਟ ਜਾਂ ਰਿਵਿਊ ਤਾਂ ਰეკਮੈਂਡੇਸ਼ਨਸ ਜੀ ਸੋ ਇਹ ਮੈਂ ਕਹੂੰਗਾ ਕਿ UPR ਨਾਲੋਂ ਇਹ ਕਿਤੇ ਜ਼ਿਆਦਾ ਇਹ ਅਹਿਮੀਅਤ ਰੱਖਦੀ ਆ ਅਤੇ ਜਿੱਥੇ ਆਪਾਂ ਉੱਥੇ ਸਿੱਖਾਂ ਦਾ ਕੇਸ ਜਾ ਕੇ ਦਰਜ ਕੀਤਾ ਮੈਂ ਸਮਝਦਾ ਹਾਂ ਕਿ ਇਹ ਬੜੀ ਵੱਡੀ ਪ੍ਰਾਪਤੀ ਹੈ ਸਾਡੇ ਵਾਸਤੇ ਜੀ ਬਿਲਕੁਲ ਇਹੀ ਇੱਕ ਬਿਲਕੁਲ ਮਿਲਦਾ ਜੁਲਦਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈ ਕਿ ਵਾਟ ਇਜ਼ ਦੀ ਆਊਟਕਮ ਆਫ ਵਰਲਡ ਸਿੱਖ ਪਾਰਲੀਮੈਂਟਸ ਪਾਰਟਿਸਿਪੇਸ਼ਨ in this session? Did the UNHRC took any of your points forward in India's review? So I think एक काफ़ी वैलिड क्वेश्चन है सो ਇਹਦਾ ਆਨਸਰ ਮੈਂ ਜੇ ਪ੍ਰਸਾਈਜ਼ਲੀ ਦੇਣਾ ਹੋਏ ਕਿ ਜਿਹੜੀ ਰਿਪੋਰਟ ਸਿੱਖਾਂ ਦੀ ਅਸੀਂ ਦਰਜ ਕਰਾਈ ਸੀ ਇਸ ਤੋਂ ਪਹਿਲਾਂ 2 ਮੀਟਿੰਗਾਂ ਵੀ ਹੋਈਆਂ ਸੀ ਉਸੇ ਮਾਰਨਿੰਗ ਬਿਫੋਰ ਇੰਡੀਆ ਵਾਜ਼ ਰਿਵਿਊਡ ਔਨ ਮੰਡੇ ਮਾਰਨਿੰਗ 9 ਵਜੇ ਅਨਅਫੀਸ਼ੀਅਲ ਮੀਟਿੰਗ ਐਂਡ ਦੈਨ ਫਿਰ 10 ਵਜੇ ਤੋਂ ਲੈ ਕੇ 1 ਵਜੇ ਤੱਕ ਅਫੀਸ਼ੀਅਲ ਬਰੀਫਿੰਗ ਜਿਹਦੇ ਵਿੱਚ ਸਿੱਖਾਂ ਦੇ ਮੁੱਦੇ ਚੱਕੇ ਗਏ ਔਰ ਜਿਹੜੀ ਰਿਪੋਰਟ ਸੀ ਉਹ ਤਕਰੀਬਨ 1 ਮਹੀਨਾ ਪਹਿਲਾਂ ਹੀ ਉਹਨਾਂ ਤੱਕ ਪਹੁੰਚਾ ਦਿੱਤੀ ਗਈ ਸੀ ਜੇ ਅਸੀਂ ਗੱਲ ਕਰੀਏ ਕਿ ਯੂਨਾਈਟਿਡ ਨੇਸ਼ਨ ਦੀ ਇਸ ਜਿਹੜੀ ਬੈਠਕ ਹੋਈ ਜੋ ਕਿ ਇੰਡੀਆ ਦਾ ਰਿਵਿਊ ਹੋਇਆ ਉਹਦੇ ਵਿੱਚ 3 ਕਮੇਟੀ ਮੈਂਬਰਸ ਨੇ ਐਕਸਪਲਿਸਿਟਲੀ ਸਿੱਖਾਂ ਦਾ ਨਾਂ ਲੈ ਕੇ ਕੁਛ ਇੱਕ ਮੁੱਦੇ ਚੁੱਕੇ ਜਿਹਦੇ ਵਿੱਚ ਮਿਸ ਮਰਸੀਆ VJ ਕਰਾਨ ਜੋ ਕਿ ਇੱਕ ਇੰਡੀਪੈਂਡੈਂਟ ਜਿਹੜਾ ਐਕਸਪਰਟ ਸੀਗੇ ਬਿਲੋਂਗਿੰਗ ਫਰੋਮ ਕੈਨੇਡਾ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਸਿੱਧੇ ਤੌਰ 'ਤੇ ਗੱਲ ਕੀਤੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਇਹ ਜਿਹੜੀ ਵੀਡੀਓ ਵੀ ਇਹਦੇ 'ਤੇ ਪਲੇ ਕੀਤੀ ਜਾਵੇ ਉਸ ਤੋਂ ਬਾਅਦ ਮਿਸਿਜ਼ ਹੈਲਨ ਟ੍ਰਿਗੋਜਾ ਫਰੋਮ ਇਹ ਫਰਾਂਸ ਨਾਲ ਸੰਬੰਧਿਤ ਸਨ ਇਹ ਵੀ ਇੱਕ ਬਹੁਤ ਸੀਨੀਅਰ ਇੰਡੀਪੈਂਡੈਂਟ ਐਕਸਪਰਟ ਨੇ ਜਿਨ੍ਹਾਂ ਨੇ ਹਿਊਮਨ ਰਾਈਟ ਵਾਇਲੇਸ਼ਨ ਅਗੇਂਸਟ ਸਿੱਖਸ ਅੰਡਰ ਦੀ ਡਰਕੋਨੀਅਨ ਐਕਟਸ specifically mentioning NSA and UAPA ਔਰ ਉਸ ਤੋਂ ਬਾਅਦ ਜਿਹੜੇ ਤੀਸਰੇ ਕਮੇਟੀ ਮੈਂਬਰ ਸਨ ਮਿਸਟਰ ਲਾਰੈਂਸ R. ਹੈਲਫਰ ਜਿਹੜੇ ਕਿ ਯੂਨਾਈਟਿਡ ਸਟੇਟਸ ਤੋਂ ਸੰਬੰਧਿਤ ਸਨ ਪਰ ਇੱਕ ਇੰਡੀਪੈਂਡੈਂਟ ਜਿਹੜਾ ਕਮੇਟੀ ਮੈਂਬਰ ਦੇ ਤੌਰ 'ਤੇ ਮੌਜੂਦ ਸਨ ਉਹਨਾਂ ਨੇ ਸਪੈਸੀਫਿਕਲੀ ਐਂਟੀ ਡਿਸਕ੍ਰਿਮੀਨੇਟਰੀ ਲਾਜ਼ ਅਗੇਂਸਟ ਦ ਯੂਜ਼ ਆਫ ਐਂਟੀ ਡਿਸਕ੍ਰਿਮੀਨੇਟਰੀ ਲਾਜ਼ ਅਗੇਂਸਟ ਦ ਸਿੱਖਸ ਉਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਸੋ ਇਹ ਉਹ 3 ਸ਼ਖਸ ਸੀਗੇ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਸਪੈਸੀਫਿਕਲੀ ਸਿੱਖਾਂ ਦੇ ਮਤੇ ਜਿਹੜੇ ਨੇ ਉਹ ਉੱਥੇ ਚੁੱਕੇ ਜੋ ਕਿ ਕਾਫੀ ਹੱਦ ਤੱਕ ਜੋ ਕਿ ਸਾਡੀ ਰਿਪੋਰਟ ਦੇ ਨਾਲ ਜਿਹੜਾ ਉਹ ਮਿਲਦੇ ਜੁਲਦੇ ਸਨ ਬਾਕੀ ਜਿਹੜੀ ਕਿ 2 ਜਾਂ 3 ਹਫ਼ਤਿਆਂ ਦੇ ਵਿੱਚ ਜਿਹੜੀ ਇਹਨਾਂ ਦੀ ਅਫੀਸ਼ੀਅਲ ਰਿਪੋਰਟ ਆਏਗੀ ਰეკਮੈਂਡੇਸ਼ਨ ਦੀ ਉਹਦੇ ਤੋਂ ਵੀ ਸਿੱਧ ਹੋਏਗਾ ਕਿ ਕਿਸ ਤਰੀਕੇ ਦਾ ਜਿਹੜਾ ਉਹ ਸਿੱਖਾਂ ਦੀ ਗੱਲ ਜਿਹੜੀ ਉੱਥੇ ਹੋਈ ਹੈ ਸੋ ਇਸ ਤੋਂ ਬਾਅਦ ਮੈਂ ਵਧਦਾ ਆਪਣੇ ਸੈਕੰਡ ਕੁਐਸਚਨ 'ਤੇ how did India evade this review? It should have happened in 2002. How did India evade for so long from this review? ਇੰਡੀਆ ਦਾ ਰਿਵਿਊ ਹੋਣਾ ਚਾਹੀਦਾ ਸੀ 2002 ਵਿੱਚ ਜਿਹੜਾ ਕਿ ਪਿਛਲੇ 4-5 ਦਿਨ ਪਹਿਲਾਂ ਹੋਇਆ ਸੋ ਇਹ ਤਕਰੀਬਨ 25 ਸਾਲ ਇਹਨਾਂ ਨੇ ਡਿਲੇ ਕੀਤਾ ਅਤੇ ਇਹਨਾਂ ਨੇ ਇਸ ਢੰਗ ਨਾਲ ਕੀਤਾ ਕਿ ਜਿਹੜੀ ਹਿਊਮਨ ਰਾਈਟਸ ਕਮੇਟੀ ਆ ਉਹ ਹਰੇਕ ਮੁਲਕ ਤੋਂ ਅਪਡੇਟ ਰਿਪੋਰਟ ਮੰਗਦੀ ਆ ਅਪਡੇਟ ਰਿਪੋਰਟ ਦੇ ਆਧਾਰ 'ਤੇ ਰਿਵਿਊ ਕੀਤਾ ਜਾਂਦਾ ਅਗਲਾ ਰਿਵਿਊ ਸੋ ਇੰਡੀਅਨ ਸਟੇਟ ਨੇ ਜਾਣ ਬੁੱਝ ਕੇ ਆਪਣੀ ਅਪਡੇਟ ਰਿਪੋਰਟ ਨਹੀਂ ਦਰਜ ਕੀਤੀ ਸੋ ਅੰਤ ਵਿੱਚ ਹਿਊਮਨ ਰਾਈਟਸ ਕਮੇਟੀ ਨੇ ਆਪਣਾ ਪ੍ਰੋਸੈਸ ਚੇਂਜ ਕੀਤਾ ਬਦਲ ਦਿੱਤਾ ਕਿ ਆ ਕਰਨਾ ਹੀ ਕਰਨਾ ਰਿਵਿਊ ਚਾਹੇ ਤੁਸੀਂ ਅਪਡੇਟ ਰਿਪੋਰਟ ਭੇਜੋ ਜਾਂ ਨਾ ਭੇਜੋ ਸੋ ਇੰਡੀਆ ਨੂੰ ਇਹਨਾਂ ਨੇ ਮਜਬੂਰ ਕੀਤਾ ਤਾਂ ਇੰਡੀਆ ਨੇ ਰਿਪੋਰਟ ਦਰਜ ਕੀਤੀ ਅਪਡੇਟ ਰਿਪੋਰਟ ਇਸ ਕਰਕੇ ਉਹ ਰਿਵਿਊ ਅੱਜ ਹੋ ਸਕਿਆ ਪਰ ਇਹ ਹੈਰਾਨੀ ਦੀ ਗੱਲ ਆ ਅਤੇ ਮੈਂ ਸ਼ਬਦ ਵੀ ਉਹੀ ਵਰਤਣਾ ਕਿ ਇਹ ਬੇਸ਼ਰਮੀ ਆ ਇਹਨਾਂ ਦੀ ਇਹਨਾਂ ਦਾ ਜਿਹੜਾ ਮੁਖੀ ਉੱਥੇ ਪਹੁੰਚਿਆ UN ਦਾ ਜਿਹੜਾ ਐਂਬੈਸਡਰ ਆ ਇੰਡੀਆ ਦਾ ਜਨੀਵਾ ਵਿੱਚ ਉਹਨੇ ਬਾਗਚੀ ਉਹਦੇ ਪਹਿਲੇ ਲਫ਼ਜ਼ ਸੀ ਕਿ ਸਾਨੂੰ ਬੜੀ ਖੁਸ਼ੀ ਆ ਇੱਥੇ ਸਾਨੂੰ ਮੌਕਾ ਮਿਲਿਆ ਇੱਥੇ ਪਹੁੰਚਣ ਦਾ ਹਿਊਮਨ ਰਾਈਟਸ ਕਮੇਟੀ ਨਾਲ ਡਾਇਲੋਗ ਕਰਨ ਦਾ ਇਹ ਉਹੀ ਲੋਕ ਆ ਜਿਹੜੇ 20-22 ਸਾਲ ਭੱਜਦੇ ਰਹੇ ਇਸ ਪ੍ਰੋਸੈਸ ਤੋਂ ਅਤੇ ਫਿਰ ਉਹ ਬੜੀ ਬੇਸ਼ਰਮੀ ਨਾਲ ਆਣ ਕੇ ਜਦੋਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ
ਉਹ ਕਹਿੰਦੇ ਕਿ ਸਾਨੂੰ ਤਾਂ ਬੜੀ ਖੁਸ਼ੀ ਆ, ਅਸੀਂ ਸਾਨੂੰ ਮੌਕਾ ਮਿਲਿਆ। ਔਰ ਮੈਂ ਭਾਈ ਸਾਹਿਬ ਮੈਂ ਇੱਕ ਆਈਟਮ ਐਡ ਕਰਨੀ ਆ। ਬਿਲਕੁਲ ਹਾਂਜੀ। ਰਿਵਿਊ ਤੋਂ ਬਾਅਦ, ਇਸ ਹਫ਼ਤੇ ਰਿਵਿਊ ਹੋਇਆ, ਰਿਵਿਊ ਤੋਂ ਬਾਅਦ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇੱਕ ਬਿਆਨ ਜਾਰੀ ਕੀਤਾ। This is actually the next question as well. So ਮੈਂ question ਵੀ put ਕਰ ਦੇਣਾ, ਤੁਸੀਂ ਇਕੱਠੇ ਆਨਸਰ ਕਰ ਦਿਓ। India has released an official press release saying that they have successfully concluded the UNHRC review. Your press release indicates the contrary. What do you have to say? So the question VC media. ਬਿਲਕੁਲ ਠੀਕ ਆ, ਤੇ ਇਹ ਜੁੜਦਾ ਹੈ ਜਿੱਥੇ ਇਹ 20-22 ਸਾਲ ਭੱਜਦੇ ਰਹੇ ਆ ਡਰਦੇ, ਤੇ ਇਹਨਾਂ ਨੂੰ ਮਜਬੂਰ ਕੀਤਾ, ਹੁਣ ਆਉਂਦੇ ਆ ਤੇ ਕਹਿੰਦੇ ਸਾਨੂੰ ਬੜੀ ਖੁਸ਼ੀ ਆ, ਸਾਨੂੰ ਮੌਕਾ ਮਿਲਿਆ। ਹੁਣ ਇਹਨਾਂ ਦੀ ਜਿਹੜੀ ਬਿਆਨਬਾਜ਼ੀ ਹੋ ਰਹੀ ਆ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਬਿਆਨ ਆ ਅਫੀਸ਼ੀਅਲ 2 ਦਿਨ ਪਹਿਲਾਂ, ਇਹ ਕਹਿੰਦੇ ਕਿ ਇੱਥੇ ਸਾਡੀ ਡੈਲੀਗੇਸ਼ਨ ਉੱਥੇ ਜਾ ਕੇ ਅਸੀਂ ਤਾਂ ਬੜਾ ਸਪਸ਼ਟ ਕੀਤਾ ਕਿ ਇੰਡੀਆ ਦਾ ਕਨਸਟੀਟਿਊਸ਼ਨ, ਇੰਡੀਆ ਦੇ ਕਾਨੂੰਨ, ਇੰਡੀਆ ਦੇ ਇੰਸਟੀਟਿਊਸ਼ਨਸ, ਜੁਡੀਸ਼ਰੀ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਇਹ ਸਭ ਗਾਰੰਟੀ ਕਰਦੇ ਆ ICCPR ਦੇ ਹੱਕ, ਜਦ ਸਾਰੀ ਦੁਨੀਆ ਨੂੰ ਪਤਾ ਕਿ ਉੱਥੇ ਹਿਊਮਨ ਰਾਈਟਸ ਦਾ ਘਾਣ ਹੁੰਦਾ। ਸੋ ਇਹ ਝੂਠ ਬੋਲ ਰਿਹਾ। ਦੇਰ ਇਜ਼ ਨੋ ਅਦਰ ਵੇ ਟੂ ਐਕਸਪਲੇਨ ਦਿਸ ਇਜ਼ ਪਲੇਨ ਫਾਲਸਹੁਡ। ਔਰ ਇਹ ਵੀ ਕਹਿੰਦੇ ਆ ਆਪਣੇ ਬਿਆਨ ਵਿੱਚ ਕਿ ਇੰਡੀਆ ਨੇ ਉੱਥੇ ਜਾ ਕੇ, ਡੈਲੀਗੇਸ਼ਨ ਨੇ ਉੱਥੇ ਜਾ ਕੇ ਸ਼ੋਕੇਸ ਕੀਤਾ ਆਪਣਾ ਹਿਊਮਨ ਰਾਈਟਸ ਦਾ ਜਿਹੜੀ ਸਥਿਤੀ ਆ। ਇੰਡੀਆ ਸ਼ੋਕੇਸ ਦਾ ਮਤਲਬ ਹੁੰਦਾ ਕਿ ਅਸੀਂ ਦੱਸਿਆ ਕਿ ਕਿੰਨਾ ਵਧੀਆ ਹੈ, ਸਾਰੀ ਦੁਨੀਆ ਨੂੰ ਪਤਾ ਕਿ ਵਧੀਆ ਨਹੀਂ। ਸੋ ਦੂਜੀ ਗੱਲ ਇੱਕ ਮੈਂ ਇਹ ਵੀ ਐਡ ਕਰਨਾ ਕਿ ਜਿੱਥੇ ਇਹ ਕਹਿ ਰਹੇ ਆ ਇਸ ਪ੍ਰੈਸ ਰਿਲੀਜ਼ ਵਿੱਚ ਕਿ ਇੰਡੀਆ ਸਕਸੈਸਫੁਲੀ ਕਨਕਲੂਡਿਡ ਦ ਰਿਵਿਊ, ਕਨਕਲੂਜਨ ਨਹੀਂ ਹੋਇਆ। ਇਹਨਾਂ ਨੂੰ ਬੇਵਕੂਫਾਂ ਨੂੰ ਸਮਝ ਆਉਣੀ ਚਾਹੀਦੀ ਆ, ਇਹ ਕਨਕਲੂਜਨ ਨਹੀਂ ਹੋਇਆ। ਹਿਊਮਨ ਰਾਈਟਸ ਕਮੇਟੀ ਨੇ ਰੈਕਮੈਂਡੇਸ਼ਨ ਪੇਸ਼ ਕਰਨੇ ਆ ਕੁਛ ਹਫ਼ਤਿਆਂ ਤਾਈਂ, ਉਸ ਰੈਕਮੈਂਡੇਸ਼ਨ ਦਾ ਫੋਲੋਅਪ ਵੀ ਹੋਣਾ ਆ, ਅਸੀਂ ਵੀ ਕਰਾਂਗੇ ਸ਼ਮੂਲੀਅਤ ਉਸ ਫੋਲੋਅਪ ਵਿੱਚ। ਸੋ ਕਨਕਲੂਜਨ ਕੁਛ ਨਹੀਂ ਹੋਇਆ, ਹਜੇ ਸ਼ੁਰੂਆਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਕਲੈਰੀਫਾਈ ਕੀਤਾ। ਮੇਰੇ ਕੋਲ 3 ਕੁਐਸਚਨਸ ਹੋਰ ਨੇ, ਮੈਂ ਬੇਨਤੀ ਕਰਦਾ ਕਿ ਆਪਾਂ ਨੂੰ ਹੁਣ ਕੁਐਸਚਨਸ ਆਪਾਂ ਨੂੰ ਸਟਾਪ ਕਰਨਾ ਪਏਗਾ, ਇੱਕ ਫੋਲੋਅਪ ਸੈਸ਼ਨ ਦੇ ਵਿੱਚ ਆਪਾਂ ਬਾਕੀ ਦੇ ਕੁਐਸਚਨਸ ਲੈ ਸਕਦੇ ਹਾਂ। ਨੈਕਸਟ ਕੁਐਸਚਨ ਹੈ ਜੀ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈਜ਼ ਬੀਨ ਰੇਜ਼ਡ officially by the government of United States and Canada separately. What was the UNHRC, which is the United Nations Human Rights Commission, take on it? So ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇਹਦਾ ਰਿਪਲਾਈ ਕਰ ਦੇਣਾ, ਜੇ ਤੁਸੀਂ ਕਿਸੇ ਨੇ ਐਡ ਕਰਨਾ ਹੋਇਆ ਪਲੀਜ਼ ਕਰ ਦੇਣਾ। ਜਿੱਦਾਂ ਅਸੀਂ ਪਹਿਲਾਂ ਕਿਹਾ ਕਿ ਜਿਹੜੀ ਮਿਸ ਮਰਸੀਆ VJ ਕਰਨ ਜੋ ਕਿ ਇੱਕ ਸੀਨੀਅਰ ਮੈਂਬਰ ਸੀ ਇਸ ਡੈਲੀਗੇਸ਼ਨ ਦੀ, ਜੋ ਕਿ ਕਮੇਟੀ ਦੀ UNHRC ਦੀ, ਉਹਨਾਂ ਨੇ ਸਪੈਸੀਫਿਕਲੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਮੈਂਸ਼ਨ ਕਰਦੇ ਹੋਏ ਇਹ ਕਿਹਾ ਕਿ ਪਿਛਲੇ ਦਿਨਾਂ 'ਚ ਜੋ, ਮੈਂ ਉਹਦਾ ਪੰਜਾਬੀ ਤਰਜਮਾ ਕਰ ਦੇਣਾ, ਅਸੀਂ ਕੋਸ਼ਿਸ਼ ਕਰਾਂਗੇ ਇੰਗਲਿਸ਼ ਦੀ ਵੀਡੀਓ ਜਿਹੜੀ ਉਹ ਲਗਾ ਦਈਏ। ਅਤੇ ਉਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਕਿ ਪਿਛਲੇ ਦਿਨੀ ਜੋ ਅਫਗਾਨਿਸਤਾਨ 'ਚ, ਪਾਕਿਸਤਾਨ ਦੇ ਵਿੱਚ, US ਦੇ ਵਿੱਚ, ਕੈਨੇਡਾ ਦੇ ਵਿੱਚ ਜੋ ਐਕਟਿਵਿਸਟ ਦੇ ਕਤਲ ਹੋਏ ਨੇ ਜਾਂ ਕਤਲ ਹੋਣ ਦੀਆਂ ਸਾਜ਼ਿਸ਼ਾਂ ਹੋਈਆਂ ਨੇ, ਉਹਦੇ ਤੋਂ ਇੰਟਰਨੈਸ਼ਨਲ ਕਮਿਊਨਿਟੀ ਬੜੀ ਅਪਸੈਟ ਹੈ। ਸੋ ਉਹਨਾਂ ਨੇ ਇਹ ਸਪੈਸੀਫਿਕਲੀ ਰੇਜ਼ ਕੀਤਾ। ਆਈ ਹੋਪ ਦਿਸ ਆਨਸਰਸ ਦ ਕੁਐਸਚਨ। ਇਫ ਐਨੀਬਡੀ ਵਾਂਟਸ ਟੂ ਐਡ, ਕੁਛ ਐਡ ਤਾਂ ਨਹੀਂ ਕਰਨਾ ਜੀ? ਠੀਕ ਹੈ ਜੀ। ਸੋ ਮੈਂ ਆਪਣੇ ਅਗਲੇ ਕੁਐਸਚਨ ਵੱਲ ਵੱਧਦਾ ਜੀ। ਆਈ ਥਿੰਕ ਇਹ ਵੀ ਆਪਾਂ ਥੋੜ੍ਹਾ ਜਿਹਾ ਆਨਸਰ ਕੀਤਾ ਸੀ, ਪਰ ਜੇ ਸਰਾਜ ਸਾਹਿਬ ਤੁਸੀਂ ਤੇ ਐਲੈਬੋਰੇਟ ਕਰਨਾ ਚਾਹੋ ਕਰ ਸਕਦੇ ਹੋ। ਵਾਟ ਇਜ਼ ਆਰਟੀਕਲ 1 ਆਫ ਦ UNHRC, ਆਫ ਦੀ ICCPR, and what is India's official position on the Article 1? मेरा ख्याल भाई साहब ये कवर कर चुके हैं। आर्टिकल 1 इज़ द राइट ऑफ सैल्फ डिटरमिनेशन, सवे निर्णय का हक। हरेक कौम का हक आ कि वो खुद आप फैसला करे अपने भविख बारे, अपना पोलिटिकल स्टेटस बारे, और उनकी अपने नैचुरल रिसोर्सिस, जिस तरह भाई साहब उन्होंने मैंशन किया कि पानी का जोड़ा हक आ वो तुहाडे नैचुरल रिसोर्सिस आ, वो तुसीं खुद आप फैसला कर सकते हो। सो ये आर्टिकल 1 आ। तो इंडियाज़ पोजिशन इज़ द रिजर्वेशन, जिहदे बारे आपां जिक्र किया, और UN ह्यूमन राइट्स दी कमेटी आ, उन्होंने इंडिया नूं कहा कि वापस लो। इन्हां दा जिहड़ा आया सी बंदा मुखी अज इस हफ्ते, वो कहंदा नहीं करना। सो इंडिया इज़ क्लीयरली इन ब्रीच ऑफ इंटरनेशनल लॉ ऑन द मोस्ट फंडामेंटल ह्यूमन राइट
ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਇਹ ਸਾਨੂੰ ਪ੍ਰਚਾਰ ਕਰਨਾ ਚਾਹੀਦਾ, ਇਹ ਨੈਰੇਟਿਵ ਜਾਣਾ ਚਾਹੀਦਾ ਦੁਨੀਆ 'ਚ। ਜਿੱਥੇ ਕੌਨਫਲਿਕਟ ਹੋਇਆ ਪੰਜਾਬ 'ਚ, ਕਸ਼ਮੀਰ 'ਚ ਵੀ, ਨਾਗਾਲੈਂਡ, ਅਸਾਮ, ਮਣੀਪੁਰ, ਇਹ ਸਾਰੇ ਸੈਲਫ ਡਿਟਰਮੀਨੇਸ਼ਨ ਜਿਹੜੀਆਂ ਸਟਰਗਲਸ ਆ, ਸੰਘਰਸ਼ ਜਿਹੜੇ ਚੱਲਦੇ ਆ, ਇੰਡੀਆ ਨੇ ਉੱਥੇ ਅਪਰੈਸ਼ਨ ਕੀਤਾ, ਇੰਡੀਆ ਨੇ ਜ਼ੁਲਮ ਕੀਤਾ। ਕਿਉਂ ਕੀਤਾ? ਕਿਉਂਕਿ ਇਹ ਸੈਲਫ ਡਿਟਰਮੀਨੇਸ਼ਨ ਦੇ ਹੱਕ ਵਿੱਚ ਹੀ ਨਹੀਂ, ਔਰ ਉਹ ਆਫੀਸ਼ੀਅਲੀ ਕਹਿ ਰਿਹਾ UN ਨੂੰ ਕਿ ਅਸੀਂ ਮੰਨਦੇ ਨੇ ਇਹ ਹੱਕ। ਇਹ ਨੈਰੇਟਿਵ ਜ਼ਰੂਰ ਦੁਨੀਆ ਵਿੱਚ ਜਾਣਾ ਚਾਹੀਦਾ। ਇੰਡੀਆ ਇਜ਼ ਇਨ ਬ੍ਰੀਚ ਆਫ ਇੰਟਰਨੈਸ਼ਨਲ ਲਾਅ, not the Sikhs when it comes to self determination। हाँ जी जी, लास्ट 2 questions ने जी। एक question है कि India applied for permanent membership position at the United Nations but was denied. Can you please shed some light on it? मैं ਇਹਦੇ ਬਾਰੇ ਸ਼ੋਰਟਲੀ ਕਹੂੰਗਾ ਜੀ ਕਿ ਜਿਹੜਾ ਮੁਲਕ ਬੁਨਿਆਦੀ ਹਿਊਮਨ ਰਾਈਟਸ ਦੀ ਉਲੰਘਣਾ ਕਰ ਰਿਹਾ, ਉਹ ਕਿਹੜੇ ਮੂੰਹ ਨਾਲ ਜਾ ਕੇ ਕਹਿ ਸਕਦਾ ਕਿ ਸਾਨੂੰ ਜੀ ਸਿਕਿਉਰਿਟੀ ਕਾਉਂਸਲ ਵਿੱਚ ਪਰਮਾਨੈਂਟ ਸੀਟ ਦੀ ਲੋੜ ਆ। ਸੋ ਅਸੀਂ ਬਾਰ-ਬਾਰ ਕਹਿ ਚੁੱਕੇ ਹਾਂ ਗੌਰਮੈਂਟਾਂ ਨੂੰ, ਸਰਕਾਰਾਂ ਨੂੰ, ਸਾਡੀ ਵੀ ਕਈਆਂ ਸਾਲਾਂ ਤੋਂ ਡਾਇਲਾਗ ਹੁੰਦੀ ਆ, ਅਤੇ ਇੱਥੇ ਵੀ ਕਹਿ ਕੇ ਆਏ ਆ ਇਸ ਹਫ਼ਤੇ। ਹਿਊਮਨ ਰਾਈਟਸ ਕਮੇਟੀ ਦੇ ਚੇਅਰਵੂਮਨ ਨੂੰ ਮੈਂ ਆਪ ਖੁਦ ਕਿਹਾ ਕਿ ਇਹ ਜਿਹੜਾ ਮੁਲਕ ਆ ਮੰਗ ਰਿਹਾ ਪਰਮਾਨੈਂਟ ਸਟੇਟਸ। ਹਾਂਜੀ, ਅਤੇ ਇੱਕ ਪਾਸੇ ਉਹ ਤੁਹਾਡਾ ਜਿਹੜਾ ICCPR ਇਹਦਾ ਧੱਜੀਆਂ ਉਡਾ ਰਿਹਾ ਹੈ, ਦੂਜੇ ਪਾਸੇ ਕਹਿੰਦੇ ਕਿ ਸਾਨੂੰ ਟੌਪ ਟੇਬਲ 'ਤੇ ਸਾਨੂੰ ਦਿਓ ਜਗ੍ਹਾ। ਇਹ ਬਿਲਕੁਲ ਅਨਹੋਣੀ ਗੱਲ ਆ, ਅਤੇ ਕਿਸੇ ਵੀ ਮਤਲਬ ਪ੍ਰਕਾਰ ਦਾ ਇਹਨਾਂ ਨੂੰ ਜਵਾਬ ਨਹੀਂ ਸੀ ਮਿਲਣਾ ਚਾਹੀਦਾ ਹਾਮੀ ਵਿੱਚ। ਇੰਟਰਨੈਸ਼ਨਲ ਕਮਿਊਨਿਟੀ ਨੂੰ ਚਾਹੀਦਾ ਕਹਿਣਾ ਇਹਨਾਂ ਨੂੰ ਕਿ ਤੁਸੀਂ ਖੁਦ ਆਪ ਪਹਿਲੋਂ ਆਪਣਾ ਜਿਹੜਾ ਹਿਊਮਨ ਰਾਈਟਸ ਦਾ ਜਿਹੜੀ ਸਥਿਤੀ ਆ ਇਹਨੂੰ ਇੰਪਰੂਵ ਕਰੋ, ਫਿਰ ਇਹਦੇ ਬਾਰੇ ਵਿਚਾਰ ਕੀਤਾ ਜਾ ਸਕਦਾ, ਉਨਾ ਚਿਰ ਬਿਲਕੁਲ ਨਹੀਂ। ਮੇਰਾ ਲਾਸਟ ਕੁਐਸਚਨ ਜਿਹੜਾ ਮੇਰੇ ਕੋ ਮੀਡੀਆ ਤੋਂ ਆਇਆ ਉਹ ਇਸ ਤਰ੍ਹਾਂ ਹੈ ਕਿ United Nation has been incapable of mediating on issues like Ukraine, Gaza, Kashmir. What chances do we have? Is there any benefit of engaging with the UN on Sikh issues? Very briefly, ਭਾਈ ਸਾਹਿਬ, benefit ਹੈ। ਨੈਰੇਟਿਵ ਸਿਰਜਣਾ ਪੈਣਾ, ਸਹੀ ਨੈਰੇਟਿਵ, ਓਨੈਸਟ ਨੈਰੇਟਿਵ, ਇਮਾਨਦਾਰੀ ਨਾਲ, ਤਾਂ ਕਿ ਜਿਹੜਾ ਇੰਡੀਆ ਦਾ ਨੈਰੇਟਿਵ ਆ ਸਿੱਖਾਂ ਪ੍ਰਤੀ, ਇਹ ਅੱਤਵਾਦੀ ਆ, ਇਹ ਜੇ ਆ, ਇਹ ਬੋ ਆ। ਨੋ, ਇੰਟਰਨੈਸ਼ਨਲ ਲਾਅ ਦੇ ਅਧੀਨ ਸਿੱਖ ਜਿਹੜਾ ਸੰਘਰਸ਼ ਆ ਉਹ ਜਾਇਜ਼ ਆ। ਵੀ ਹੈਵ ਅ ਲੈਜਿਟਿਮੇਟ right under international law to pursue our rights of self-determination and all the other individual human rights. So there is a benefit, the narrative is the benefit, and ਅੱਜ ਦੀ ਦੁਨੀਆ ਵਿੱਚ narrative ਬੜੀ ਜ਼ਰੂਰੀ ਚੀਜ਼ ਆ। International politics, international law, international public opinion, all of this is affected by the narrative. ਤੇ ਸਿੱਖਾਂ ਨੂੰ narrative ਸਿਰਜਣਾ ਚਾਹੀਦਾ, ਸਹੀ narrative ਜੋ ਅਸਲੀਅਤ ਆ। ਅਤੇ ਜੋ ਮੈਂ ਕਹੂੰਗਾ, ਮੈਂ ਸਮਝਦਾ ਕਿ ਜੋ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਸ ਪ੍ਰੋਸੈਸ ਵਿੱਚ, ਇਹਦੇ ਨਾਲ ਜਿਹੜਾ ਸਾਡਾ ਨੈਰੇਟਿਵ ਆ ਉਹ ਦੁਨੀਆ ਭਰ ਵਿੱਚ ਪਹੁੰਚ ਗਿਆ। ਹਾਂਜੀ, ਦਿਸ ਬ੍ਰਿੰਗਸ ਮੀ ਟੂ ਦੀ ਐਂਡ ਆਫ ਦ ਪ੍ਰੈਸ ਕਾਨਫਰੰਸ। ਜੇ ਕਿਸੇ ਦੇ ਵੀ ਕੋਈ ਹੋਰ ਸਵਾਲ ਨੇ ਉਹ ਸਾਨੂੰ ਇਸ ਪ੍ਰੈਸ ਰਿਲੀਜ਼ ਦੇ ਜੋ ਹੇਠ ਲਿਖੇ ਈਮੇਲ ਐਡਰੈਸ ਨੇ ਉਹਦੇ 'ਤੇ ਭੇਜ ਸਕਦੇ ਨੇ, ਜੋ ਕਿ info@worldsikhsparliament.com ਤੁਸੀਂ ਭੇਜ ਸਕਦੇ ਹੋ, ਔਰ ਅਸੀਂ ਉਹਦਾ ਜਵਾਬ ਦੇਣ ਦੀ ਵਿਦਿਨ 48 ਆਵਰਸ ਪੂਰੀ ਕੋਸ਼ਿਸ਼ ਕਰਾਂਗੇ। ਜਸਟ ਟੂ ਸਮ ਅਪ ਦਿਸ ਪ੍ਰੈਸ ਰਿਲੀਜ਼, ਜਿਸ ਤਰ੍ਹਾਂ ਕਿ ਸਰਾਏ ਸਾਹਿਬ ਨੇ ਕਿਹਾ ਕਿ ਸਿੱਖਾਂ ਨੂੰ ਇੰਗੇਜ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਲੜਾਈ ਨੈਰੇਟਿਵ ਦੀ ਹੈ। ਅਤੇ ਮੈਂ ਜ਼ਰੂਰ ਮੈਂਸ਼ਨ ਕਰ ਦਿਆਂ ਕਿ 2022 ਦੇ ਇੰਡੀਆ ਦੇ ਪੀਰੀਓਡਿਕ ਰਿਵਿਊ ਵਿੱਚ ਸਿੱਖ ਸ਼ਬਦ ਸ਼ਾਇਦ ਮੈਨਸ਼ਨਡ ਵੀ ਨਹੀਂ ਸੀ, ਔਰ ਇਸ ਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਹੋਈ ਹੈ ਕਿ ਜਿੱਥੇ ਅਸੀਂ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਦੇ ਹਾਂ, ਉੱਥੇ ਸ਼ਾਇਦ ਕਿਤੇ ਨਾ ਕਿਤੇ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਤੱਕ ਆਪਣੀ ਪਲੀ ਲੈ ਕੇ ਜਾਣ ਲਈ ਕਿਤੇ ਨਾ ਕਿਤੇ ਅਸਮਰੱਥ ਰਹੇ ਹਾਂ। ਸੋ ਸਾਨੂੰ ਲੋੜ ਹੈ ਕਿ ਅਸੀਂ ਇਨਕਰੇਜ ਕਰੀਏ। ਔਰ ਮੈਂ ਜ਼ਰੂਰ ਇੱਕ ਗੱਲ ਦੱਸਦਾ ਕਿ ਉਸ ਸੈਸ਼ਨ 'ਤੇ ਇੱਕ ਅਜਿਹੀ NGO ਵੀ ਆਈ ਹੋਈ ਸੀ ਜੋ ਕਿ ਯੂਨਾਈਟਿਡ ਸਟੇਟਸ ਦੀ ਬੇਸਡ NGO ਸੀ, ਜਿਹਦੇ ਵਿੱਚ 17 ਅਤੇ 16 ਸਾਲ ਦੇ ਬੱਚੇ ਆਏ ਸਨ। ਉਹਨਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ, ਉਹਦੇ ਵਿੱਚ ਉਹਨਾਂ ਨੇ ਆਪਣੇ ਕੰਸਰਨਸ ਜਿਹੜੇ ਨੇ ਜ਼ਾਹਿਰ ਕੀਤੇ, ਜੋ ਸਾਨੂੰ ਕਿਤੇ ਨਾ ਕਿਤੇ ਆਪਣੀ ਕਮਿਊਨਿਟੀ 'ਚ
ਜਿਹੜੇ ਕਿ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੂੰ ਇਸ ਪਾਸੇ ਲਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਕਿ ਜਿਹੜਾ ਸਿੱਖਾਂ ਦਾ ਨੈਰੇਟਿਵ ਹੈ ਉਹ ਰਾਈਟ ਇੰਟਰਨੈਸ਼ਨਲ ਸਪੇਸਿਸ ਵਿੱਚ ਪਹੁੰਚ ਸਕੇ ਤਾਂ ਕਿ ਇੰਟਰਨੈਸ਼ਨਲ ਕਮਿਊਨਿਟੀ ਉਹਨੂੰ ਐਡਰੈਸ ਕਰ ਸਕੇ। ਆਖਿਰ ਸਾਡੀ ਇਸ ਇੰਗੇਜਮੈਂਟ ਦਾ ਸਿੱਧਾ ਅਸਰ ਦੇਖਣ ਨੂੰ ਇਹ ਮਿਲਿਆ ਗਿਆ ਕਿ ਤਕਰੀਬਨ ਜਿਹੜੇ ਕਿ 8 ਐਕਟਿਵ ਮੈਂਬਰ ਸੀਗੇ ਜੋ ਕਿ ਜਿਹੜੇ ਕਿ ਐਕਸਪਰਟ ਸੀਗੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਦੇ, ਉਹਨਾਂ 'ਚੋਂ 3 ਨੇ ਅਫੀਸ਼ੀਅਲੀ ਸਿੱਖਾਂ ਦਾ ਨਾਂ ਲੈ ਕੇ ਸਿੱਖਾਂ ਦੇ ਮਤੇ ਜਿਹੜੇ ਨੇ ਉਹ ਰੇਜ਼ ਕੀਤੇ ਔਰ ਬੜੀ ਸਹਿਜਤਾ ਦੇ ਨਾਲ ਤਕਰੀਬਨ 3-4 ਘੰਟੇ ਦੇ ਵਿੱਚ ਹੋਈਆਂ ਮੀਟਿੰਗਾਂ 'ਚ ਉਹਨਾਂ ਨੇ ਸਿੱਖਾਂ ਤੋਂ ਬਹੁਤ ਸਾਰੇ ਸਵਾਲ ਪੁੱਛੇ, ਸਾਡਾ ਪਰਸਪੈਕਟਿਵ ਜਾਣਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਇੰਡੀਆ ਦੇ ਡਰੈਕੋਨੀਅਨ ਲਾਜ਼ ਦੇ ਅਧੀਨ ਹੋਵੇ, ਚਾਹੇ ਫਾਰਮਰਸ ਦੀ ਪਲੀਡ ਹੋਵੇ, ਚਾਹੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਹੋਰ ਹਿਊਮਨ ਰਾਈਟ ਵਾਇਓਲੇਸ਼ਨਸ ਜਿਹੜੀਆਂ ਸਿੱਖਾਂ ਨੂੰ ਫੇਸ ਕਰਨੀਆਂ ਪਈਆਂ ਨੇ ਇੰਡੀਆ ਦੇ ਖਾਸ ਕਰਕੇ 1984 ਤੋਂ ਲੈ ਕੇ ਹੁਣ ਤੱਕ ਦੇ ਪਿਛਲੇ 40 ਸਾਲਾਂ ਦੇ ਰਿਕਾਰਡ ਦੇ ਵਿੱਚ। ਸੋ ਮੈਂ ਜ਼ਰੂਰ ਦੱਸਦਾ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਵਚਨਬੱਧਤਾ ਖਾਸ ਕਰਕੇ 40 ਸਾਲਾਂ ਨੂੰ ਮੁੱਖ ਰੱਖਦੇ ਹੋਏ ਇਹ ਸਾਡਾ ਇੱਕ ਅਜਿਹਾ ਐਫਰਟ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਵਰਲਡ ਸਿੱਖ ਪਾਰਲੀਮੈਂਟ ਕੋਸ਼ਿਸ਼ ਕਰੇ ਕਿ ਜਿਹੜੀ 40 ਸਾਲਾਂ ਦੇ ਬਾਅਦ ਦਾ ਜੋ ਸਿੱਖ ਕੌਮ ਦਾ ਦਰਦ ਹੈ ਉਹਨੂੰ ਸਭ ਤੋਂ ਵੱਡੇ ਪੋਲੀਟੀਕਲ ਪਲੈਟਫਾਰਮ ਯੂਨਾਈਟਿਡ ਨੇਸ਼ਨ ਤੱਕ ਜਿਹੜਾ ਉਹ ਲੈ ਕੇ ਜਾਈਏ। ਅਸੀਂ ਵਾਅਦਾ ਕੀਤਾ ਸੀ ਪਿਛਲੇ ਸੈਸ਼ਨ ਦੇ ਵਿੱਚ ਨਿਊਯਾਰਕ ਦੇ ਵਿੱਚ ਔਰ ਉਹ ਅਸੀਂ ਕਰ ਦਿਖਾਇਆ। ਸੋ ਆਉਣ ਵਾਲੇ ਸਮੇਂ 'ਚ ਵੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮੇਟੀ, ਕਾਊਂਸਲ ਅਤੇ ਹੋਰ ਜਿਹੜੇ ਵੀ ਅਦਾਰੇ ਨੇ ਜਿਹੜੇ ਵੱਖ-ਵੱਖ ਰੈਪਟਰਸ ਨੇ ਉਹਨਾਂ ਦੇ ਨਾਲ ਵਰਲਡ ਸਿੱਖ ਪਾਰਲੀਮੈਂਟ ਫੋਲੋ ਅਪ ਵੀ ਕਰੇਗੀ ਔਰ ਠੀਕ ਇਸੇ ਤਰੀਕੇ ਨਾਲ ਜਿਹੜਾ ਡਾਇਲੋਗ ਜਾਰੀ ਰਹੇਗੀ। ਸੋ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ, ਪ੍ਰੈਸ ਮੈਂਬਰਾਂ ਦਾ, ਦੇਸ਼ ਵਿਦੇਸ਼ 'ਚ ਦੇਖ ਰਹੀਆਂ ਸੰਗਤਾਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜੇ ਸਾਨੂੰ ਸਦਾ ਹੀ ਉਪਦੇਸ਼ ਦਿੰਦੇ ਨੇ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਸੇ ਚੀਜ਼ ਨੂੰ ਫੋਲੋ ਕਰਦੇ ਹੋਏ ਅਸੀਂ ਸਿੱਖ ਨੇ ਕਦੀ ਹਾਰ ਨਹੀਂ ਮੰਨਣੀ ਔਰ ਸਦਾ ਆਪਣੀ ਸੱਚੀ ਸੁੱਚੀ ਗੱਲ ਦੁਨੀਆ ਦੇ ਸਾਹਮਣੇ ਰੱਖਣ ਦੀ ਪੁਰਜ਼ੋਰ ਕੋਸ਼ਿਸ਼ ਕਰਨੀ ਹੈ। ਅੱਜ ਇੱਥੇ ਹੀ ਅਲਵਿਦਾ ਲੈਂਦੇ ਹਾਂ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਨੇਵਾ ਦੀ ਧਰਤੀ ਤੋਂ ਗੱਲ ਕਰ ਰਹੇ ਹਾਂ। ਇੱਥੇ 15 ਅਤੇ 16 ਤਰੀਕ 16 ਜੁਲਾਈ 2024 141st ਸੈਸ਼ਨ ਸੀਗਾ। ਹਿਊਮਨ ਰਾਈਟਸ ਕਮੇਟੀ ਜਿਹੜੀ ਕਿ ਇੰਡੀਆ ਦਾ ਰਿਵਿਊ ਕਰ ਰਹੀ ਹੈ, ਇਹ ਇੰਡੀਆ ਦਾ ਤਕਰੀਬਨ 4th ਹਿਊਮਨ ਰਾਈਟ ਕਮੇਟੀ ਰਿਵਿਊ ਹੈ ਜੋ ਕਿ ਤਕਰੀਬਨ 27 ਸਾਲਾਂ ਤੋਂ ਬਾਅਦ ਹੋ ਰਿਹਾ ਹੈ। ਇਹਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਔਰ ਖਾਸ ਕਰਕੇ ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਊਂਸਲ ਦੇ ਮੁਖੀ ਜੋ ਕਿ ਰਣਜੀਤ ਸਿੰਘ ਸਰਾਏ ਨੇ, ਉਹਨਾਂ ਨੇ ਇੱਕ 20 ਪੇਜ ਲੌਂਗ ਰਿਪੋਰਟ ਸਬਮਿਟ ਕੀਤੀ ਹਿਊਮਨ ਰਾਈਟਸ ਕਮੇਟੀ ਨੂੰ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਹਿਊਮਨ ਰਾਈਟਸ ਕਮੇਟੀ ਦੇ ਨਾਲ ਅਨਅਫੀਸ਼ੀਅਲ ਬੈਠਕ ਕੀਤੀ, ਫਿਰ ਅਫੀਸ਼ੀਅਲ ਸਬਮਿਸ਼ਨ ਕੀਤੀ ਅਤੇ ਹੁਣ ਉਸ ਸਬਮਿਸ਼ਨ ਦੇ ਬਿਹਾਫ 'ਤੇ ਇੰਡੀਆ ਦਾ ਰਿਵਿਊ ਹੋ ਰਿਹਾ ਜੋ ਕਿ 2 ਦਿਨ ਚੱਲਣਾ। ਇੱਥੇ ਇਸ ਵਰਲਡ ਸਿੱਖ ਪਾਰਲੀਮੈਂਟ ਦੀ ਇੱਕ ਡਾਇਰੈਕਟ ਇੰਗੇਜਮੈਂਟ ਹੈ ਯੂਨਾਈਟਿਡ ਨੇਸ਼ਨ ਦੇ ਨਾਲ, ਜਿਹਦੇ ਲਈ ਅਸੀਂ ਯੂਨਾਈਟਿਡ ਨੇਸ਼ਨ ਦੇ ਵੀ ਧੰਨਵਾਦੀ ਹਾਂ ਕਿ ਪਹਿਲੀ ਵਾਰੀ ਇੱਕ ਇੰਨੀ ਸਟ੍ਰੇਟ ਫਾਰਮ ਦੇ ਵਿੱਚ ਸਿੱਖਾਂ ਦਾ ਇਸ਼ੂ ਡਾਇਰੈਕਟਲੀ ਔਨ ਦਾ ਟੇਬਲ ਜਿਹੜਾ ਉਹ ਲਿਆਇਆ ਗਿਆ ਔਰ ਨਾਲ ਹੀ ਨਾਲ ਇਹਨਾਂ ਨੇ ਸਾਨੂੰ ਇੱਥੇ ਆਬਜ਼ਰਵਰ ਸਟੇਟਸ ਦਿੱਤਾ ਵਾਈਲ ਇੰਡੀਆ ਇਜ਼ ਗੈਟਿੰਗ ਰਿਵਿਊਡ ਔਨ ਦਾ ਹਿਊਮਨ ਰਾਈਟ ਵਾਇਓਲੇਸ਼ਨਸ। ਇਹਦੇ ਲਈ ਅਸੀਂ ਜਨੇਵਾ ਯੂਨਾਈਟਿਡ ਨੇਸ਼ਨਸ ਦੇ ਖਾਸ ਕਰਕੇ ਹਿਊਮਨ ਰਾਈਟ ਕਮੇਟੀ ਦੇ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The World Sikh Parliament has attended for the first time, and it's a memorable occasion, the Human Rights Committee's review of India under the International Covenant on Civil and Political Rights. This review is taking place 27 years after the last one. It should have taken place about 5 years after the last one. But this is symptomatic of the way India has avoided the human rights debate because it's a serial violator of human rights. Now, the 1966 Covenant on Civil and Political Rights deals with all the rights that have defined the way the Sikh have been oppressed by the Indian state. The right of self-determination, the right to life, the right to be free of arbitrary detention, the right to be free of torture, the right to have your religious rights respected. All of these things have defined the conflict. We are here today. We have submitted a lengthy report to the Human Rights Commission, to the Human Rights Committee, which has considered our report and is now, along with many other civil society organisations and non-governmental organisations, who have submitted reports. The Human Rights Committee is taking India to task in this very session and raising questions about the huge violations
of the fundamental human rights. And from our point of view, the right of self-determination is central, because without the right of self-determination being respected, all other rights, individual rights, they are all susceptible to being dragged through the mud, which is exactly what India has done against the Sikhs for the last 40 years.